ਵਾਹਿਗੁਰੂ 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 ਵਾਹਿਗੁਰੂ। ਧੰਨ ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਪਗ ਪੰਕਜ ਬੰਦਨ, ਪਗ ਪੰਕਜ ਬੰਦਨ, ਸਿਮਰਉ ਅੰਗਦ ਦੁਖ ਨਿਕੰਦਨ, ਅਮਰਦਾਸ ਗੁਰ ਹਿਰਦਿ ਧਿਆਵ, ਗੁਰ ਹਿਰਦਿ ਧਿਆਵ। ਸ੍ਰੀ ਗੁਰੂ ਰਾਮਦਾਸ ਗੁਣ ਗਾਵ, ਗੁਰ ਅਰਜੁਨ ਬਿਘਨਨ ਕੇ ਨਾਸ਼ਕ, ਬਿਘਨਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸਮਤ ਪ੍ਰਕਾਸ਼ਤ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੁਰੀ, ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਤਰੁ ਤਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸਾ, ਯਾ ਮੈਂ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਤ, ਬੰਦਉ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਹੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਸਤਿਗੁਰ ਨਾਨਕ ਦੀਨ ਸੁਤ, ਚਿਰੰਜੀਵੀ ਜਗ ਮਾਹੈ। ਚੇਤਿਆ ਪੁੱਤਰ ਕੋ ਸ਼ੋਕ ਹਰ, ਮੰਗਲ ਆਨੰਦ ਉਸ਼ਾਹਿ। ਸਤਿਗੁਰ ਨਾਨਕ ਦੀਨ ਸੁਤ, ਚਿਰੰਜੀਵੀ ਜਗ ਮਾਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜ਼ਬਰ ਤਾਕਤ ਛਤਰ ਦੇ ਮਾਲਕ, ਬਾਣੀ ਦੇ ਬੋਹਿਤ, ਨਾਮ ਦੇ ਜਹਾਜ਼, ਕੋਟ ਬ੍ਰਹਮੰਡਾਂ ਦੇ ਮਾਲਕ, ਭਗਤ ਵਛਲ ਗਰੀਬ ਨਿਵਾਜ, ਦੀਨਾ ਬੰਧੂ, ਜੁਗੋ ਜੁਗ ਅਟਲ ਸਤਿਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ, ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਬਾਇਮਾਨ, ਪਰਮ ਸਨਮਾਨ ਯੋਗ ਗੁਰਮੁਖ ਪਿਆਰੇ ਗੁਰੂ ਸਵਾਰੀ ਸਤ ਸੰਗੀ ਜਨੋ। ਵਡਿਆਈ ਦੇ ਪਾਤਰ ਹੋਏ ਆਪ ਜੀ, ਜਿਨ੍ਹਾਂ ਨੇ ਆਪਣੇ ਨਿੱਤ ਦੇ ਨੇਮ ਨੂੰ ਨਿਭਾਉਂਦਿਆਂ ਹੋਇਆਂ ਸਤਿਗੁਰ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਨੇ। ਹਜ਼ੂਰ ਦੀ ਹਜ਼ੂਰੀ ਵਿੱਚ ਬੈਠ ਕੇ
ਸੋ ਦਰ ਦੇ ਨਿਤ ਨੇਮ ਤੋਂ ਬਾਅਦ ਆਪ ਜੀ ਨੇ ਬੜੇ ਪਿਆਰ ਦੇ ਨਾਲ ਅੰਮ੍ਰਿਤ ਬਾਣੀ ਦੇ ਮਨੋਹਰ ਕੀਰਤਨ ਸਰਵਣ ਕੀਤੇ ਨੇ। ਗੁਰੂ ਘਰ ਦੀ ਪਰੰਪਰਾ ਦੇ ਅਨੁਸਾਰ ਜੋ ਗੁਰ ਇਤਿਹਾਸ ਦੀ ਲੜੀਵਾਰ ਵਿਚਾਰ ਸਤਿਗੁਰੂ ਜੀ ਆਪਣੀ ਕਿਰਪਾ ਕਰਕੇ ਕਰਵਾਉਂਦੇ ਨੇ, ਉਸ ਅਨੁਸਾਰ ਕੱਲ ਦੇ ਦੀਵਾਨ ਅੰਦਰ ਆਪ ਜੀ ਨੇ ਸਰਵਣ ਕੀਤਾ ਕਿ ਸਤਿਗੁਰੂ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ, ਉਹਨਾਂ ਦਾ ਆਗਮਨ ਹੁੰਦਾ ਏ, ਸਤਿਗੁਰੂ ਜੀ ਦੀ ਆਮਦ ਹੁੰਦੀ ਹੈ। ਅੱਧੀ ਕੁ ਰਾਤ ਦਾ ਸਮਾਂ ਹੈ, ਐਤਵਾਰ ਦਾ ਦਿਨ ਹੈ, 21 ਹਾੜ, ਔਰ ਸਤਿਗੁਰ ਮਹਾਰਾਜ ਜੀ ਦੀ ਆਮਦ ਹੋਈ, ਖੁਸ਼ੀਆਂ ਮਨਾਈਆਂ। ਧੰਨ ਗੁਰ ਅਰਜੁਨ ਦੇਵ ਮਹਾਰਾਜ ਜੀ ਨੂੰ ਜਿਸ ਵੇਲੇ ਜਾ ਕੇ ਇਹ ਖੁਸ਼ਖਬਰੀ ਦਿੱਤੀ ਹੈ, ਸਤਿਗੁਰ ਮਹਾਰਾਜ ਪਹਿਰ ਰਾਤ ਰਹਿੰਦਿਆਂ ਉੱਠੇ ਨੇ, ਇਸ਼ਨਾਨ ਕੀਤਾ, ਸਾਹਿਬ ਜੀ ਚੌਂਕੜਾ ਮਾਰ ਕੇ ਬੈਠੇ ਨੇ। ਦਿਨ ਚੜ੍ਹਦਾ ਹੈ, ਸਿੱਖ ਸੰਗਤਾਂ ਧੰਨ ਗੁਰ ਅਰਜੁਨ ਦੇਵ ਮਹਾਰਾਜ ਮਾਤਾ ਗੰਗਾ ਜੀ ਨੂੰ ਵਧਾਈਆਂ ਦੇਣ ਵਾਸਤੇ ਆਉਣਾ ਆਰੰਭ ਕਰ ਦਿੰਦੀਆਂ ਨੇ। ਤੇ ਧੰਨ ਗੁਰ ਅਰਜੁਨ ਦੇਵ ਮਹਾਰਾਜ ਜੀ ਕਹਿੰਦੇ ਨੇ, ਭਾਈ ਆਓ ਆਪਾਂ ਰਲ ਮਿਲ ਕੇ ਸਤਿਗੁਰ ਦੀ ਬਾਣੀ ਗਾਇਨ ਕਰੀਏ, ਗੁਰੂ ਨਾਨਕ ਸਾਹਿਬ ਦਾ ਸ਼ੁਕਰਾਨਾ ਕਰੀਏ, ਅਕਾਲ ਪੁਰਖ ਦੀ ਸਿਫਤੋ ਸਲਾਹ ਕਰੀਏ। ਇਹ ਦਾਤ ਗੁਰੂ ਨਾਨਕ ਮਹਾਰਾਜ ਜੀ ਨੇ ਬਖਸ਼ੀ ਹੈ। ਸਤਿਗੁਰੂ ਜੀ ਆਸਾ ਰਾਗ ਵਿੱਚ ਬਿਲਾਵਲ ਰਾਗ ਦੇ ਅੰਦਰ ਸ਼ਬਦ ਉਚਾਰਨ ਕਰਦੇ ਨੇ ਤੇ ਸਾਰਿਆਂ ਨੂੰ ਇਹੀ ਗੱਲ ਕਹਿੰਦੇ ਨੇ, ਭਾਈ ਗੁੱਜੀ ਛੰਨੀ ਨਾਹੀ ਬਾਤ, ਗੁਰੂ ਨਾਨਕ ਤੁਠਾ ਕੀਨੀ ਦਾਤ। ਸਾਹਿਬ ਕਹਿੰਦੇ ਸਤਿਗੁਰੂ ਜੀ ਨੇ ਇਹ ਦਾਤ ਬਖਸ਼ੀ ਹੈ, ਗੁਰੂ ਨਾਨਕ ਮਿਹਰ ਕਰੇ, ਬਾਲਕ ਚਰਨਜੀਵੀ ਹੋਵੇ। ਗੁਰੂ ਘਰ ਅੰਦਰ ਪਿਆਰ ਪਰ ਕਿਵੇਂ ਸਿੱਖ ਸੰਗਤਾਂ ਆਉਂਦੀਆਂ ਨੇ, ਬਾਬਾ ਬੁੱਢਾ ਸਾਹਿਬ, ਭਾਈ ਗੁਰਦਾਸ, ਉਹ ਵੀ ਫਿਰ ਆਉਂਦੇ ਨੇ, ਸਤਿਗੁਰਾਂ ਦੇ ਚਰਨਾਂ ਵਿੱਚ ਕਿਵੇਂ ਪਹੁੰਚਦੇ ਨੇ। ਅੱਗੇ ਦੀ ਵਾਰਤਾ ਨੂੰ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਬੜੇ ਪਿਆਰ ਦੇ ਨਾਲ ਇਸ ਤਰ੍ਹਾਂ ਲਿਖਦੇ ਹਨ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਤਿਗੁਰ ਨਾਨਕ ਦੀਨ ਸੁਤ, ਚਿਰਜੀਵੀ ਜਗ ਮਾਹੇ। ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਕਹਿੰਦੇ ਨੇ ਕਿ ਬਾਬਾ ਨਾਨਕ ਜੀ ਨੇ, ਮੇਰੇ ਪਿਆਰੇ ਸਤਿਗੁਰੂ ਜੀ ਨੇ ਇਹ ਜਗ ਵਿੱਚ ਚਰਨਜੀਵੀ ਮੈਨੂੰ ਪੁੱਤਰ ਬਖਸ਼ਿਸ਼ ਕਰਿਆ ਹੈ ਜੀ। ਚਿਤ ਅਪੁੱਤਰ ਕੋ ਸ਼ੋਕ ਹਰ, ਮੰਗਲ ਆਨੰਦ ਉਸ਼ਾਹੇ। ਚਿੱਤ ਵਿੱਚ ਜੋ ਪਹਿਲਾਂ ਪੁੱਤਰ ਨਾ ਹੋਣ ਦਾ ਇੱਕ ਮਨ ਵਿੱਚ ਖਿਆਲ ਸੀ, ਫੁਰਨਾ ਸੀ, ਗੁਰੂ ਦੀ ਮਿਹਰ ਹੋ ਗਈ ਹੈ, ਉਹ ਵੀ ਫੁਰਨਾ ਹੁਣ ਚਲਿਆ ਗਿਆ, ਦੂਰ ਹੋ ਗਿਆ, ਹਿਰਦਾ ਆਨੰਦ ਦੇ ਨਾਲ ਭਰ ਗਿਆ ਹੈ ਜੀ। ਧਰਮ ਕਲਾ ਤੇ ਕੁਲ ਚਲੀ, ਮਨ ਚਿੰਦਿਆ ਫਲ ਪਾਏ। ਮਹਾਰਾਜ ਕਹਿੰਦੇ ਧਰਮ ਦੀ ਮਰਿਆਦਾ ਅਨੁਸਾਰ ਹੁਣ ਇਹ ਕੁਲ ਚੱਲੀ ਹੈ। ਕਿਉਂ ਕੱਲ ਵਿਚਾਰ ਕੀਤੀ ਕਿ ਵਧੀ ਵੇਰ ਬਹੁ ਪੀੜੀ ਚਾਲੀ, ਧਰਮ ਕਲਾ ਹਰ ਬੰਦ ਬਹਾਲ। ਧਰਮ ਦੀ ਮਰਿਆਦਾ ਅਨੁਸਾਰ ਹੁਣ ਕੁਲ ਚੱਲੀ ਹੈ, ਮਨ ਇੱਛੇ ਫਲ ਦੀ ਪ੍ਰਾਪਤੀ ਹੋਈ ਹੈ ਜੀ। ਹੋਏ ਪ੍ਰਸੰਨ ਨਾਨਕ ਗੁਰੂ, ਦਾਤ ਨ ਛਪੈ ਛਪਾਏ। ਪਰ ਕਹਿੰਦੇ ਧੰਨ ਗੁਰੂ ਨਾਨਕ ਮਹਾਰਾਜ ਜੀ ਪ੍ਰਸੰਨ ਹੋਏ ਨੇ, ਉਹ ਤਰੁੱਠੇ ਨੇ ਤੇ ਉਹਨਾਂ ਵੱਲੋਂ ਬਖਸ਼ੀ ਹੋਈ ਦਾਤ ਇਹ ਲੁਕੋਇਆ ਵੀ ਲੁਕ ਨਹੀਂ ਸਕਦੀ ਹੈ ਜੀ। ਬੁੱਢਾ ਸਾਹਿਬ ਸਾਧ ਜਨ, ਕਿਰਪਾ ਕਰੀ ਦਿਆ ਆਨੰਦ। ਤੇ ਨਾਲ ਧੰਨ ਗੁਰ ਅਰਜੁਨ ਦੇਵ ਮਹਾਰਾਜ ਜੀ ਕਹਿੰਦੇ ਨੇ, ਬਾਬਾ ਬੁੱਢਾ ਸਾਹਿਬ ਜੋ ਪੂਰਨ ਬ੍ਰਹਮ ਗਿਆਨੀ ਨੇ, ਮਹਾਪੁਰਖ ਨੇ, ਰੱਬ ਦਾ ਰੂਪ ਨੇ, ਜੋ ਕਹਿੰਦੇ ਨੇ ਸਤਿਗੁਰੂ ਜੀ ਦੇ ਸਿੱਖੀ ਕਮਾ ਕੇ ਸੇਵਾ ਕਰਕੇ ਗੁਰੂ ਨਾਨਕ ਸਾਹਿਬ ਜੀ ਦੀਆਂ ਰਹਿਮਤਾਂ ਦੇ ਨਾਲ ਨਿਵਾਜੇ ਹੋਏ ਨੇ। ਕਹਿੰਦੇ ਬਾਬਾ ਬੁੱਢਾ ਸਾਹਿਬ ਉਹਨਾਂ ਦੀ ਵੀ ਮਿਹਰ ਬਾਨੀ ਹੈ ਜੀ। ਬੜੀ ਬੈਸ ਕਲਿਆਣ ਯੁੱਤ, ਹੋਏ ਹੈ ਹਰ ਗੋਬਿੰਦ। ਸਤਿਗੁਰੂ ਗੁਰੂ ਨਾਨਕ ਮਿਹਰ ਕਰਨਗੇ, ਪਰਮੇਸ਼ਵਰ ਦੀ ਰਹਿਮਤ ਹੋਵੇਗੀ। ਕਲਿਆਣ ਸਹਿਤ ਹਰਗੋਬਿੰਦ ਸਾਹਿਬ ਜੀ ਦੀ ਵੱਡੀ ਆਰਬਲਾ ਹੋਵੇਗੀ ਜੀ। ਸਵਈਆ ਛੰਦ
ਆਸਾ ਰਾਗ ਸਮੈ ਕੋ ਲਹ ਕਰ ਗਾਇਓ ਸ਼ਬਦ ਪ੍ਰੇਮ ਪ੍ਰਭ ਨਾਲ। ਜਦੋਂ ਪਿਆਰਿਓ ਆਸਾ ਰਾਗ ਗਾਉਣ ਦਾ ਵੇਲਾ ਸੀ, ਮਹਾਰਾਜ ਜੀ ਨੇ ਉਹ ਪਰ ਯੋਗ ਸਮਾਂ ਵੇਖ ਕੇ ਤੇ ਗੁਰੂ ਕੇ ਸ਼ਬਦ ਦਾ ਗਾਇਨ ਕੀਤਾ। ਜੋ ਸ਼ਬਦ ਆਪ ਜੀ ਨੇ ਕੱਲ ਸਰਵਣ ਕੀਤਾ ਕਿ ਸਤਿਗੁਰ ਸਾਚੈ ਦੀਆ ਭੇਜ, ਚਿਰ ਜੀਵਨ ਉਪਜਿਆ ਸੰਜੋਗ। ਉਹ ਸ਼ਬਦ ਗੁਰੂ ਮਹਾਰਾਜ ਜੀ ਨੇ ਗਾਉਣਾ ਕਰਿਆ ਹੈ ਜੀ। ਦੁਤੀ ਬਲਾਬਲ ਮੰਗਲ ਸੂਚਕ ਸ਼ਬਦ ਬਨਾਇਓ ਆਨੰਦ ਵਿਸਾਲ। ਤੇ ਦੂਸਰਾ ਮੇਰੇ ਸਾਹਿਬ ਜੀ ਨੇ ਪਰ ਬਿਲਾਵਲ, ਬਿਲਾਵਲ ਰਾਗ ਇਹ ਪਿਆਰੇ ਖੁਸ਼ੀ ਦਾ ਰਾਗ, ਮੰਗਲ ਦਾ ਰਾਗ ਹੈ। ਪਿਆਰ ਆਨੰਦ ਮੰਗਲ ਨੂੰ ਦਰਸਾਉਣ ਦੇ ਲਈ ਮਹਾਰਾਜ ਨੇ ਬਿਲਾਵਲ ਰਾਗ ਦਾ ਫਿਰ ਸ਼ਬਦ ਉਚਾਰਨ ਕੀਤਾ ਕਿ ਸਗਲ ਆਨੰਦ ਕੀਆ ਪਰਮੇਸ਼ਰ, ਆਪਣਾ ਬਿਰਦ ਸੰਭਾਰਿਆ, ਸਾਧ ਜਨਾ ਹੋਏ ਕਿਰਪਾਲਾ, ਬਿਗਸੇ ਸਭ ਪਰਵਾਰਿਆ। ਦੂਜਾ ਸ਼ਬਦ ਮਹਾਰਾਜ ਜੀ ਨੇ ਇਹ ਗਾਇਨ ਕਰਿਆ ਹੈ ਜੀ। ਉਤਸਵ ਇਮ ਹੋਵਦ ਸ਼ੁਭ ਹਰਕਤ, ਭਈ ਪ੍ਰਭਾਤ ਉਦਿਓ ਅੰਸਮਾਲ। ਇਸ ਤਰ੍ਹਾਂ ਪਿਆਰਿਓ ਸਾਰੇ ਬੜੇ ਖੁਸ਼ ਨੇ, ਬੜਾ ਪਿਆਰਾ ਉਤਸਵ ਹੈ, ਬੜੀ ਪ੍ਰਸੰਨਤਾ ਹੈ, ਮਾਹੌਲ ਬੜਾ ਵਧੀਆ ਏ। ਭਈ ਪ੍ਰਭਾਤ ਉਦਿਓ ਅੰਸਮਾਲ, ਰਾਤ ਬਤੀਤ ਹੋ ਜਾਂਦੀ ਏ, ਪ੍ਰਭਾਤ ਵੇਲਾ ਹੁੰਦਾ ਹੈ, ਸੂਰਜ ਨਿਕਲ ਆਉਂਦਾ ਹੈ ਜੀ। ਗ੍ਰਾਮ ਸਮਹਤ ਬਖੈ ਸੁਧ ਸੁਖ ਦਾ, ਭਨਹਿ ਸੁਨੈ ਆਵਹਿ ਤਤਕਾਲ। ਜਿਸ ਵੇਲੇ ਸੂਰਜ ਨਿਕਲਦਾ, ਦਿਨ ਚੜ ਜਾਂਦਾ ਹੈ, ਸਾਰੇ ਨਗਰ ਦੇ ਵਿੱਚ ਇਹ ਖੁਸ਼ਖਬਰੀ ਫਿਰ ਫੈਲ ਜਾਂਦੀ ਹੈ। ਸਾਰੇ ਪਾਸੇ ਸੰਗਤਾਂ ਨੂੰ, ਜੋ ਇਹ ਵਡਾਲੀ ਨਗਰ ਵਿੱਚ ਰਹਿਣ ਵਾਲੇ ਨੇ ਸਿੱਖ, ਉਹਨਾਂ ਨੂੰ ਪਤਾ ਲੱਗ ਜਾਂਦਾ ਹੈ। ਆਲੇ ਦੁਆਲੇ ਦੇ ਹੌਲੀ ਹੌਲੀ ਜਿਹੜੇ ਪਿੰਡ ਨੇ ਉੱਥੇ ਵੀ ਪਤਾ ਚੱਲ ਜਾਂਦਾ ਹੈ ਕਿ ਧੰਨ ਗੁਰ ਅਰਜੁਨ ਦੇਵ ਮਹਾਰਾਜ ਜੀ ਦੇ ਗ੍ਰਹਿ ਗੁਰੂ ਹਰਗੋਬਿੰਦ ਸਾਹਿਬ ਜੀ ਪ੍ਰਗਟ ਹੋਏ ਹਨ ਜੀ। ਭਾਨ ਗਿਆਨ ਕੇ ਸ਼ਾਂਤ ਰੂਪ ਬਰ, ਸਾਸਾਂ ਤੋਗ ਸ਼ਮਾ ਗੁਣ ਬ੍ਰਿੰਦ। ਹੁਣ ਪਿਆਰਿਓ ਸਿੱਖ ਸੰਗਤਾਂ ਧੰਨ ਗੁਰ ਅਰਜੁਨ ਦੇਵ ਮਹਾਰਾਜ ਜੀ ਦੇ ਗ੍ਰਹਿ ਵਿਖੇ ਆਉਣੀਆਂ ਆਰੰਭ ਹੋ ਗਈਆਂ ਨੇ। ਇਸ ਬਾਲਕ ਦੇ ਦੀਦਾਰ ਕਰਨ ਦੇ ਲਈ, ਸਤਿਗੁਰ ਮਹਾਰਾਜ ਜੀ ਨੂੰ ਵਧਾਈਆਂ ਦੇਣ ਦੇ ਲਈ, ਖੁਸ਼ੀ ਅੰਦਰ ਸ਼ਾਮਲ ਹੋਣ ਦੇ ਵਾਸਤੇ ਜਿਹੜਾ ਵੀ ਆਉਂਦਾ ਹੈ ਸਤਿਗੁਰ ਜੀ ਦੇ ਚਰਨਾਂ ਦੇ ਵਿੱਚ ਆਣ ਕੇ ਵਧਾਈਆਂ ਦਿੰਦਾ ਹੈ ਤੇ ਧੰਨ ਗੁਰ ਅਰਜੁਨ ਦੇਵ ਮਹਾਰਾਜ ਜੀ ਦੀ ਮਹਿਮਾ ਗਾਉਂਦਾ ਹੈ ਕਿ ਪਾਤਸ਼ਾਹ ਜੀ ਤੁਸੀਂ ਗਿਆਨ ਦੇ ਸੂਰਜ ਹੋ, ਸ਼ਾਂਤ ਰੂਪ ਹੋ, ਸਤ ਸੰਤੋਖ ਦਇਆ ਧਰਮ ਧੀਰਜ ਖਿਮਾ ਆਦਿ ਗੁਣਾਂ ਦੇ ਨਾਲ ਆਪ ਜੀ ਭਰਪੂਰ ਹੋ ਜੀ। ਸ਼੍ਰੀ ਅਰਜੁਨ ਸਿਰਜਣ ਸੁਖਦਾਸਨ, ਮਹਿਮਾ ਮਹਾ ਚਰਨ ਅਰਬਿੰਦ। ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਆਪ ਜੀ ਦੇ ਚਰਨ ਕਮਲਾਂ ਦੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ। ਤੁਸੀਂ ਸ੍ਰਿਸ਼ਟੀ ਦੇ ਸਿਰਜਣਹਾਰ ਹੋ, ਆਪਣੇ ਦਾਸਾਂ ਨੂੰ, ਸੇਵਕਾਂ ਨੂੰ ਸੁਖ ਦੇਣ ਵਾਲੇ ਹੋ ਜੀ। ਕੇਵਲ ਨਰਨ ਕਲਿਆਣ ਕਾਰਣ, ਕਾਇਆ ਧਈ ਸੁਸ਼ੰਦ ਮੁਕੰਦ। ਤੇ ਕਹਿਣ ਲੱਗੇ ਆਪ ਜੀ ਨੇ ਇਹ ਜੋ ਮਨੁੱਖਾ ਦੇਹੀ ਧਾਰਨ ਕੀਤੀ ਹੈ, ਇਹ ਕੇਵਲ ਇਹਨਾਂ ਜੀਵਾਂ ਦੇ ਕਲਿਆਣ ਵਾਸਤੇ ਆਪ ਜੀ ਆਏ ਹੋ। ਇਹਨਾਂ ਦੀ ਬੰਦ ਖਲਾਸੀ ਕਰਨ ਦੇ ਲਈ ਆਏ ਹੋ। ਇਹਨਾਂ ਦੇ ਮੁਕਤੀ ਦਾਤੇ ਬਣ ਕੇ ਇਹ ਮਾਨਵਤਾ ਦਾ ਭਲਾ ਕਰਨ ਵਾਸਤੇ ਆਪ ਜੀ ਇਹ ਮਨੁੱਖਾ ਸਰੀਰ ਧਾਰਨ ਕਰਕੇ ਇਸ ਲੋਕ ਮਾਤ ਲੋਕ ਵਿੱਚ ਆਏ ਹੋ ਜੀ। ਜਨਮਿਆ ਪੁੱਤਰ ਆਵ ਕੇ ਯੋਧਾ, ਰਣ ਪਿਰ ਨਾਮ ਸੋ ਹਰ ਗੋਬਿੰਦ। ਮਹਾਰਾਜ ਆਪ ਜੀ ਦੇ ਗ੍ਰਹਿ ਪਰ ਇਹ ਜਿਹੜਾ ਸਪੁੱਤਰ ਪੈਦਾ ਹੋਇਆ, ਇਹ ਬਹੁਤ ਯੋਧਾ ਹੈ, ਇਹ ਬੜਾ ਸੂਰਬੀਰ ਹੈ। ਇਹ ਮਹਾਰਾਜ ਕਹਿੰਦੇ ਨੇ ਸਤਿਗੁਰੂ, ਇਹ ਮਹਾਨ ਪਰਉਪਕਾਰੀ ਵੀ ਹੈ ਤੇ ਮੈਦਾਨੇ ਜੰਗ ਦਾ ਪ੍ਰੇਮੀ ਹੈ। ਭਾਵ ਕਿ ਰਣ ਤੱਤੇ ਨੂੰ ਪਿਆਰ ਕਰਨ ਵਾਲਾ, ਜੂਝਣ ਵਾਲਾ ਹਰ ਗੋਬਿੰਦ ਨਾ ਹੀ ਇਹਨਾਂ ਦਾ ਐਸਾ ਹੈ ਜੀ। ਦਾਹਕ ਦੁਸ਼ਟਨ ਗ੍ਰਾਹਕ ਗੁਣ ਕੋ, ਚਾਹਕ ਧਰਮ ਸੋ ਬਾਹੋਂ ਜਵਾਨ। ਇਹ ਦੁਸ਼ਟਾਂ ਦੇ ਨਾਸ਼ਕ ਨੇ, ਇਹ ਗੁਣਾਂ ਦੇ ਗ੍ਰਹਿਣ ਕਰਤਾ ਨੇ, ਇਹ ਧਰਮ ਦੇ ਰਖਵਾਲੇ ਨੇ, ਸ੍ਰੇਸ਼ਟ ਬਾਹਾਂ ਵਾਲੇ। ਕਹਿਣ ਲੱਗੇ ਬੜੇ ਜਿਹੜੇ ਬਾਹੂਬਲੀ ਨੇ, ਸੂਰਮੇ, ਉਹਨਾਂ ਨੂੰ ਇਹ ਆਪਣੇ ਨਾਂ ਰੱਖਣ ਵਾਲੇ, ਭਾਵ ਕਿ ਫੌਜਾਂ ਦੇ ਲਾਉ ਲਸ਼ਕਰ ਦੇ ਇਹ ਮਾਲਕ ਹੋਵਣਗੇ ਜੀ। ਸ਼ਸਤਰ ਧਰੇ ਸੰਗਰਾਮ ਕਰੇ ਬੜ, ਹਨਹਿ ਤੁਰ ਕੋ ਦਲ ਬਲਵਾਨ। ਇਹ ਸ਼ਸਤਰ ਧਾਰਨ ਕਰਨਗੇ, ਸ਼ਸਤਰ ਧਰੇ ਸੰਗਰਾਮ ਕਰਹਿ ਵੱਡ, ਬਹੁਤ ਵੱਡੇ ਮਹਾਨ ਇਹ ਯੁੱਧ ਕਰਨਗੇ, ਸੰਗਰਾਮ ਮਚਾਉਣਗੇ। ਹਨਹਿ ਤੁਰਕ ਜਿਹੜੇ ਜ਼ੁਲਮ ਕਰਨ ਵਾਲੇ ਨੇ,
ਜਿਹੜੇ ਜ਼ਬਰ ਕਰਨ ਵਾਲੇ ਨੇ ਉਹਨਾਂ ਦਾ ਇਹ ਖਾਤਮਾ ਕਰਨਗੇ, ਉਹਨਾਂ ਦਾ ਨਾਸ ਕਰਨਗੇ। ਦਲ ਬਲਵਾਨ, ਜਿਹੜੇ ਬੜੇ ਬੜੇ ਦੁਸ਼ਮਣਾਂ ਦੇ ਵੱਡੇ ਵੱਡੇ ਦਲ ਨੇ, ਉਹਨਾਂ ਦੇ ਦਲਾਂ ਦਾ ਖਾਤਮਾ ਕਰਕੇ ਰੱਖ ਦੇਵਣਗੇ ਜੀ। ਦੀਨੰ ਦਾਸਨ ਸਹਿਤ ਪਾਸਨ ਤਨ ਕੋ ਰਸ਼ਕ ਹੋਏ ਮਹਾਨ। ਤੇ ਜਿਹੜੇ ਦੀਨ ਨੇ, ਜਿਹੜੇ ਦਾਸ ਨੇ, ਜਿਹੜੇ ਭਗਤੀ ਭਾਵਨਾ ਵਾਲੇ ਨੇ, ਜੋ ਪ੍ਰਭੂ ਦੇ ਪਿਆਰ ਵਿੱਚ ਰਹਿਣ ਵਾਲੇ ਨੇ, ਉਹਨਾਂ ਦੀ ਇਹ ਰੱਖਿਆ ਕਰਨਗੇ, ਉਹਨਾਂ ਦੇ ਇਹ ਰਸ਼ਕ ਹੋਣਗੇ। ਜਿਵੇਂ ਧੰਨ ਗੁਰ ਕਲਗੀਧਰ ਪਿਤਾ ਜੀ ਦੇ ਬਚਨ ਉਹ ਕਹਿੰਦੇ ਨੇ ਨਾ ਕਿ ਮੈਂ ਇਸ ਮਾਤਲੁਕ ਚ ਕਿਉਂ ਆਇਆ, ਧਰਮ ਚਲਾਵਣ ਸੰਤ ਉਭਾਰਨ, ਦੁਸ਼ਟ ਸਬਨ ਕੋ ਮੂਲ ਉਪਾਰਨ। ਯਾਹੀ ਕਾਜ ਤਰਾ ਹਮ ਜਨਮੰ, ਸਮਝ ਲਿਓ ਸਾਧੂ ਮਨ ਮਨਮੰ। ਕਹਿਣ ਲੱਗੇ ਮੈਂ ਇਸ ਕਾਰਜ ਲਈ ਇੱਥੇ ਆਇਆ ਵਾਂ। ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਕਹਿੰਦੇ ਨੇ, ਇਹ ਸਿੱਖ ਆਖਦੇ ਨੇ ਮਹਾਰਾਜ, ਇਹ ਵੀ ਆਏ ਨੇ ਕਾਹਦੇ ਲਈ ਆਏ ਨੇ ਕਿ ਜਿਹੜੇ ਦਾਸ ਨੇ, ਭਗਤੀ ਕਰਨ ਵਾਲੇ, ਬੰਦਗੀ ਕਰਨ ਵਾਲੇ, ਪ੍ਰਭੂ ਦੇ ਲੋਕ ਨੇ, ਉਹਨਾਂ ਦੀ ਰੱਖਿਆ ਕਰਨ ਵਾਸਤੇ। ਜਿਹੜੇ ਜ਼ੁਲਮ ਕਰਨ ਵਾਲੇ, ਜ਼ਬਰ ਕਰਨ ਵਾਲੇ, ਉਹਨਾਂ ਦਾ ਖਾਤਮਾ ਕਰਨ ਦੇ ਲਈ, ਧਰਮ ਦਾ ਪ੍ਰਚਾਰ ਪ੍ਰਸਾਰ ਕਰਨ ਵਾਸਤੇ ਆਏ ਹਨ ਜੀ। ਨਹੀਂ ਅਰਨ ਕੋ ਆੜਨ ਦੇਹੇਂਗੇ, ਅਰਨ ਕਰਹਿ ਰਣ ਆੜਨ ਅਰਣ ਸਮਾਨ। ਵੈਰੀਆਂ ਨੂੰ ਆਪਣੇ ਸਾਹਮਣੇ ਅੜਨ ਨਹੀਂ ਦੇਣਗੇ, ਦੁਸ਼ਮਣਾਂ ਨੂੰ ਆਪਣੇ ਸਾਹਮਣੇ ਖੜਨ ਨਹੀਂ ਦੇਣਗੇ। ਤੇ ਜਿਹੜਾ ਅੜੇਗਾ ਉਹਨੂੰ ਰਣ ਤੱਤੇ ਦੇ ਵਿੱਚ ਕਹਿੰਦੇ ਨੇ ਖਤਮ ਕਰਨਗੇ। ਤੇ ਜਦੋਂ ਮੈਦਾਨੇ ਜੰਗ ਅੰਦਰ ਜੂਝਣਗੇ ਤੇ ਜਿਹੜੇ ਦੁਸ਼ਮਣ ਅੜਨਗੇ ਉਹਨਾਂ ਨਾਲ ਲੜਦਿਆਂ ਕਹਿੰਦੇ ਜਿਹੜੀ ਧਰਤੀ ਹੈ ਉਹਨਾਂ ਦੇ ਖੂਨ ਦੇ ਨਾਲ ਲਾਲ ਰੰਗ ਦੀ ਕਰਕੇ ਰੱਖ ਦੇਵਣਗੇ ਜੀ। ਕਾਲ ਯੁਗ ਵਿਖੇ ਪ੍ਰਕਾਸ਼ ਪੰਥ ਕੋ ਸਤਨਾਮ ਸਿਮਰਨ ਅਵਦਾਤ। ਕਹਿੰਦੇ ਨੇ ਇਸ ਕਲਯੁਗ ਦੇ ਸਮੇਂ ਦੇ ਅੰਦਰ ਕਹਿੰਦੇ ਨੇ ਇਹ ਪਿਆਰਿਓ ਸਿਮਰਨ ਆਪ ਕਰਨਗੇ। ਤੇ ਫਿਰ ਜਿਹੜੇ ਇਹਨਾਂ ਦੇ ਸੰਗੀ ਹੋਣਗੇ ਉਹਨਾਂ ਦਾ ਸਿਮਰਨ ਉਹਨਾਂ ਕੋਲ ਕਰਾਉਣਗੇ, ਉਹਨਾਂ ਤੋਂ ਵੀ ਜਪਾਵਣਗੇ ਜੀ। ਬੜੇ ਭਾਗ ਨਰ ਅੰਗੀਕਾਰ ਹੈ, ਪਾਵੇਂ ਮੁਕਤਰ ਦੇ ਕਰ ਸ਼ਾਂਤ। ਵੱਡੇ ਭਾਗਾਂ ਵਾਲੇ ਜਿਹੜੇ ਫਿਰ ਮਨੁੱਖ ਹੋਣਗੇ ਉਹ ਇਹਨਾਂ ਦੇ ਬਚਨ ਮੰਨਣਗੇ, ਉਹ ਇਹਨਾਂ ਦੀ ਸੰਗਤ ਵਿੱਚ ਆਣ ਕੇ ਇਹਨਾਂ ਦਾ ਉਪਦੇਸ਼ ਹਿਰਦੇ ਵਿੱਚ ਵਸਾਉਣਗੇ। ਤੇ ਕਹਿੰਦੇ ਨੇ ਉਹਨਾਂ ਦੀ ਬੰਦ ਖਲਾਸੀ ਹੋਵੇਗੀ, ਉਹ ਮੁਕਤੀ ਪ੍ਰਾਪਤ ਕਰਨਗੇ ਜੀ। ਜੋਗ ਭੋਗ ਮਹਿ ਹਰਖ ਸੋਗ ਮਹਿ, ਸਿਮਰਹਿ ਸਦਾ ਹੁਕਮ ਪ੍ਰਭ ਦਾਤ। ਇਹ ਮਾਲਕ ਦੇ ਹੁਕਮ ਦੇ ਵਿੱਚ ਰਹਿਣਗੇ। ਤੇ ਕਹਿੰਦੇ ਨੇ ਜੋਗ ਭੋਗ, ਕਹਿੰਦੇ ਨੇ ਕੋਈ ਅਵਸਥਾ ਹੋਵੇ ਜੋਗ ਦੀ, ਭੋਗ ਦੀ, ਹਰਖ ਦੀ, ਸੋਗ ਦੀ, ਸਦਾ ਮਾਲਕ ਦੀ ਯਾਦ ਵਿੱਚ, ਪਰਮੇਸ਼ਵਰ ਦੇ ਨਾਮ ਦੇ ਵਿੱਚ ਜੁੜੇ ਰਹਿਣਗੇ ਜੀ। ਜਾਚ ਕੇ ਜਾਚਤ ਜੋ ਚਿਤ ਬੰਸ਼ ਹੈ, ਗੁਰ ਅਰਜਨ ਮਨ ਮਹਿਦ ਉਦਾਰ। ਪਿਆਰੇ ਹੁਣ ਕਈ ਜਿਹੜੇ ਲੋੜਵੰਦ ਨੇ ਉਹ ਗੁਰੂ ਘਰ ਆਉਣੇ ਸ਼ੁਰੂ ਹੋ ਗਏ ਨੇ। ਜਿਹੜੇ ਲੋੜਵੰਦ ਨੇ, ਜ਼ਰੂਰਤਮੰਦ, ਧੰਨ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੇ ਦਰਬਾਰ ਵਿੱਚ ਆਉਂਦੇ ਨੇ ਤੇ ਆਣ ਕੇ ਕਹਿੰਦੇ ਨੇ ਸਤਿਗੁਰੂ ਜੀ ਆਪ ਜੀ ਦੇ ਗ੍ਰਹਿ ਗੁਰੂ ਨਾਨਕ ਨੇ ਮਿਹਰ ਕਰਕੇ ਇਹ ਸੋਹਣਾ ਲਾਲ ਬਖਸ਼ਿਆ ਹੈ, ਮਹਾਰਾਜ ਖੁਸ਼ੀ ਵਿੱਚ ਸਾਨੂੰ ਆ ਦਿਓ, ਆ ਦਿਓ। ਜਿਹੜੇ ਦਾਨ ਮੰਗਤੇ ਨੇ, ਜਾਚਕ ਨੇ, ਆਣ ਕੇ ਸਤਿਗੁਰ ਤੋਂ ਦਾਤਾ ਮੰਗਦੇ ਨੇ। ਤੇ ਗੁਰ ਅਰਜੁਨ ਦੇਵ ਮਹਾਰਾਜ ਮੇਰੇ ਸਾਹਿਬ ਦਾ ਹਿਰਦਾ ਵੀ ਬਹੁਤ ਵਿਸ਼ਾਲ ਹੈ ਜੀ। ਢਾਡੀ ਡੋਮ ਪਾਠ ਬਹੁਆਏ, ਗਾਏ ਕਲਾਵਤ ਮੰਗਲ ਚਾਰ। ਪਿਆਰਿਓ ਡੂਮ ਆਉਂਦੇ ਨੇ, ਢਾਡੀ ਆਉਂਦੇ ਨੇ, ਭੱਟ ਆਉਂਦੇ ਨੇ ਤੇ ਗੁਰੂ ਘਰ ਆਣ ਕੇ ਫਿਰ ਗੁਰੂ ਘਰ ਦੀ ਸਿਫਤੋ ਸਲਾਹ ਕਰਦੇ ਨੇ। ਤੇ ਇਹ ਆਪਾਂ ਦੇਖਦੇ ਹਾਂ ਜੀ। ਚਲ ਉੱਥੇ ਪੰਜਾਬ ਪਿੰਡਾਂ ਦੇ ਵਿੱਚ ਜਦੋਂ ਕਿਸੇ ਦੇ ਪਿਆਰੇ ਬੱਚੇ ਦਾ ਵਿਆਹ ਹੁੰਦਾ ਹੈ ਜਾਂ ਬੱਚੇ ਦਾ ਜਨਮ ਹੁੰਦਾ ਹੈ, ਆਪਾਂ ਦੇਖਦੇ ਹਾਂ ਵੀ ਉੱਥੇ ਉਹ ਭੰਡ ਵੀ ਆਉਂਦੇ ਨੇ ਜੀ, ਵਧਾਈਆਂ ਲੈਣ ਵਾਲੇ, ਉੱਥੇ ਖੁਸ਼ਰੇ ਵੀ ਆਉਂਦੇ ਨੇ, ਹੋਰ ਵੀ ਕਈ ਜਿਹੜੇ ਨੇ ਉੱਥੇ ਆਉਂਦੇ ਨੇ ਜਿਹੜੇ ਆਣ ਕੇ ਵਧਾਈਆਂ ਦਿੰਦੇ ਨੇ ਔਰ ਸਿਫਤੋ ਸਲਾਹ ਕਰਦੇ ਨੇ। ਜਿਨ੍ਹਾਂ ਦੇ ਪਰਿਵਾਰ ਵਿੱਚ ਖੁਸ਼ੀ ਹੁੰਦੀ ਹੈ ਉਹਨਾਂ ਦੇ ਬਜ਼ੁਰਗਾਂ ਦਾ ਨਾਮ ਲੈ ਲੈ ਕੇ ਤੁਸੀਂ ਸਾਡੇ ਜਜਮਾਨ ਹੋ, ਅਸੀਂ ਆਹ ਕਰਦੇ ਰਹੇ ਹਾਂ, ਤੁਹਾਡਾ ਆ ਪਾਵਕ ਮੰਗਲ ਗਾਉਂਦੇ ਨੇ ਉਹਨਾਂ ਦਾ। ਇਹ ਉਹ ਫਿਰ ਖੁਸ਼ ਹੋ ਕੇ ਜਿਹੜੇ ਘਰ ਵਾਲੇ ਉਹਨਾਂ ਨੂੰ ਇਨਾਮ ਦਿੰਦੇ ਨੇ, ਬਖਸ਼ੀਸ਼ ਦਿੰਦੇ ਨੇ
ਇਸੇ ਤਰ੍ਹਾਂ ਧੰਨ ਗੁਰ ਅਰਜੁਨ ਦੇਵ ਮਹਾਰਾਜ ਦੀਨ ਦੁਨੀਆ ਦਾ ਮਾਲਕ ਹੈ। ਪਿਆਰ ਇਹਨਾਂ ਦੇ ਘਰੇ ਲੋੜਵੰਦੇ ਨੇ ਆਉਣਾ, ਇਹ ਤੇ ਕੁਦਰਤੀ ਹੈ, ਸੁਭਾਵਿਕ ਹੀ ਹੈ। ਹੁਣ ਜਿਹੜਾ ਵੀ ਆਉਂਦਾ ਹੈ ਸਤਿਗੁਰੂ ਜੀ ਉਹਦੀਆਂ ਝੋਲੀਆਂ ਭਰਦੇ ਹਨ ਜੀ। ਦਰਬ ਦੀਨ ਲੈ ਆਸ਼ਿਕ ਉਚਰਤ ਜੀਵ ਜੁਗ ਜੁਗ ਪੁੱਤਰ ਤੁਮਾਰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਫਿਰ ਪਿਆਰਿਓ ਉਹਨਾਂ ਨੂੰ ਅੰਨ ਦੇ ਕੇ, ਧਨ ਦੇ ਕੇ, ਬਸਤਰ ਦੇ ਕੇ ਨਿਵਾਜਦੇ ਨੇ। ਤੇ ਉਹ ਫਿਰ ਜਿਹੜਾ ਵੀ ਆਉਂਦਾ ਅਸੀਸਾਂ ਦਿੰਦਾ ਹੈ ਕਿ ਗੁਰ ਅਰਜੁਨ ਦੇਵ ਸਤਿਗੁਰੂ ਜੀਓ ਗੁਰੂ ਨਾਨਕ ਮਿਹਰ ਕਰੇ, ਪਰਮਾਤਮਾ ਰਹਿਮਤ ਕਰੇ ਕਿ ਤੁਹਾਡਾ ਇਹ ਬਾਲਕ ਜੁਗ ਜੁਗ ਜੀਵੇ ਜੀ। ਬਸਤਰ ਅਨ ਭੂਖਣ ਤੇ ਆਦਿਕ ਬਖਸ਼ੇ ਗੁਰੂ ਨਾ ਲਾਮੈ ਬਾਰ। ਸਤਿਗੁਰੂ ਗੁਰ ਅਰਜੁਨ ਦੇਵ ਮਹਾਰਾਜ ਜੀ ਦੇ ਕੋਲੋਂ ਫਿਰ ਉਹ ਜੋ ਵੀ ਜਾਚਨਾ ਕਰਦੇ ਮੰਗਦੇ ਨੇ, ਮੇਰੇ ਦਾਤਾ ਜੀ ਦਾਤਾਂ ਦਿੰਦੇ ਨੇ ਪਿਆਰਿਓ। ਤੇ ਸਤਿਗੁਰੂ ਜੀ ਫਿਰ ਦੇਰ ਵੀ ਨਹੀਂ ਲਗਾਉਂਦੇ। ਬਸਤਰ ਅੰਨ ਭੂਖਣ ਤੇ ਆਦਿਕ। ਕੋਈ ਕਹਿੰਦਾ ਮਹਾਰਾਜ ਮੈਨੂੰ ਬਸਤਰ ਚਾਹੀਦੇ ਨੇ, ਮਹਾਰਾਜ ਕਹਿੰਦੇ ਲੈ। ਕੋਈ ਕਹਿੰਦਾ ਸਤਿਗੁਰੂ ਘਰ ਵਿੱਚ ਖਾਣ ਨੂੰ ਕੋਈ ਦਾਲ ਆਟਾ ਨਹੀਂ ਹੈ, ਮਹਾਰਾਜ ਕਹਿੰਦੇ ਲੈ ਜਾ। ਕੋਈ ਕਹਿੰਦਾ ਸਤਿਗੁਰੂ ਮੈਨੂੰ ਪੈਸੇ ਚਾਹੀਦੇ ਨੇ, ਮਹਾਰਾਜ ਕਹਿੰਦੇ ਲੈ ਜਾ। ਸਾਹਿਬ ਜੀ ਕਿਰਪਾ ਕਰਦੇ ਨੇ, ਲੋੜਾਂ ਬੰਦਾਂ ਦੀਆਂ ਲੋੜਾਂ ਪੂਰੀਆਂ ਕਰਦੇ ਨੇ। ਬਸਤਰ ਅੰਨ ਭੂਖਣ ਤੇ ਆਦਿਕ ਬਖਸ਼ੇ ਗੁਰੂ ਨਾ ਲਾਵੇ ਬਾਰ। ਸਤਿਗੁਰੂ ਜੀ ਬਾਰ ਤੋਂ ਮਰਾਦ ਹੈ ਕਿ ਦੇਰ ਵੀ ਨਹੀਂ ਲਗਾਉਂਦੇ ਹਨ ਜੀ। ਤੁਰ ਹੀ ਢੋਲ ਨਗਾਰੇ ਬਾਜੇ ਮਿਰਦਲ ਮਿਰਦੰਗ ਅਰਬਾਬ ਸਤਾਰ। ਪਿਆਰਿਓ ਫਿਰ ਇਹ ਤੁਰੀਆਂ, ਇਹ ਢੋਲ, ਇਹ ਮਰਦੰਗ, ਇਹ ਪਾਵ ਕੇ ਉਹ ਜਿਹੜੇ ਖੁਸ਼ੀ ਵਾਲੇ ਸਾਜ਼ ਨੇ, ਉਹ ਹੁਣ ਜਿਹੜੇ ਆਉਂਦੇ ਨੇ ਆਣ ਕੇ ਵਜਾਉਂਦੇ ਹਨ ਜੀ। ਗਾਮ ਹੈ ਸ਼ਬਦ ਰਬਾਬੀ ਰਾਗਨ ਸਤਨਾਮ ਕੋ ਜਸ ਵਿਸਤਾਰ। ਤੇ ਪਿਆਰਿਓ ਫਿਰ ਜਿਹੜੇ ਗੁਰੂ ਘਰ ਦੇ ਰਬਾਬੀ ਨੇ ਉਹ ਆਉਂਦੇ ਨੇ। ਪਿਆਰੇ ਸ਼ਬਦ ਕੀਰਤਨ ਹੁੰਦਾ ਹੈ, ਉਹ ਰਾਗ ਵਿੱਚ ਗੁਰੂ ਕੀ ਬਾਣੀ ਦੀ ਕੀਰਤੀ ਕਰਦੇ ਹਨ ਜੀ। ਕਹਿ ਲਾ ਕਹੋ ਮਹਿਦ ਉਤਸ਼ਾਹ ਸਭ ਨਿਰਦੇ ਆਨੰਦ ਬਲੰਦ। ਕਵੀ ਜੀ ਕਹਿੰਦੇ ਨੇ ਮੈਂ ਕਿੱਥੋਂ ਤੱਕ ਬਿਆਨ ਕਰਾਂ ਕਿ ਸਤਿਗੁਰੂ ਮਹਾਰਾਜ ਜੀ ਦੇ ਗ੍ਰਹਿ ਇੰਨਾ ਆਨੰਦ ਹੈ, ਇੰਨਾ ਉਤਸ਼ਵ ਹੈ, ਇੰਨੀਆਂ ਰੌਣਕਾਂ ਨੇ। ਸਾਰੇ ਸਿੱਖ ਸੰਗਤਾਂ ਦੇ ਮਨਾਂ ਵਿੱਚ ਬਹੁਤ ਚਾਉ ਅਤੇ ਉਤਸ਼ਾਹ ਹੈ ਜੀ। ਪੂਰਨ ਆਸ ਕੀਨ ਗੁਰ ਨਾਨਕ ਪਿਖੋ ਦਰਗਹਨ ਤੇ ਨਿਸ ਸੁਖ ਕੰਦ। ਤੇ ਪਿਆਰਿਓ ਹੁਣ ਉਹ ਸਾਰੇ ਆਖਦੇ ਨੇ ਧੰਨ ਗੁਰੂ ਨਾਨਕ ਮਹਾਰਾਜ ਜੀ ਨੇ ਇਹ ਆਸ ਪੂਰੀ ਕੀਤੀ ਹੈ। ਸੁੱਖਾਂ ਦੇ ਬੱਦਲ ਨੇ ਗੁਰੂ ਨਾਨਕ ਮਹਾਰਾਜ ਜੀ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਨੇ, ਇਹ ਵੀ ਕਹਿੰਦੇ ਨੇ ਸੁੱਖਾਂ ਦੇ ਦਾਤੇ ਨੇ, ਬਸ ਨੇਤਰਾਂ ਨਾਲ ਇਹਨਾਂ ਦੇ ਦੀਦਾਰ ਕਰੋ ਜੀ। ਇਮ ਕਹਿ ਜਾਚਕ ਘਰ ਗਮਨੇ ਸ੍ਰੀ ਅਰਜਨ ਕੋ ਸੋ ਜਸ ਆਨੰਦ। ਇਸ ਤਰ੍ਹਾਂ ਜਿਹੜੇ ਜਾਚਕ ਆਉਂਦੇ ਨੇ, ਜਿਹੜੇ ਮੰਗਤੇ ਆਉਂਦੇ ਨੇ, ਜੋ ਲੋੜਵੰਦ ਆਉਂਦੇ ਨੇ ਵਧਾਈਆਂ ਦੇਣ ਦੇ ਲਈ, ਧੰਨ ਗੁਰੂ ਨਾਨਕ ਮਹਾਰਾਜ ਜੀ ਦਾ ਜਸ, ਗੁਰੂ ਅਰਜੁਨ ਦੇਵ ਜੀ ਦੀ ਮਹਿਮਾ, ਆਏ ਹੋਇਆ ਜਿਹੜਾ ਬਾਲਕ ਹਰਗੋਬਿੰਦ ਸਾਹਿਬ ਜੀ ਨੇ, ਉਹਨਾਂ ਦੀ ਵਡਿਆਈ ਕਰਕੇ ਤੇ ਸਿਫਤੋ ਸਲਾਹ ਕਰਦੇ ਆਪਣੇ ਘਰਾਂ ਨੂੰ ਚਲੇ ਜਾਂਦੇ ਹਨ ਜੀ। ਗ੍ਰਾਮ ਵਡਾਲੀ ਘਰ ਕਰ ਮੰਗਲ ਕਰਤ ਹਰਖ ਭਾਰ ਭਾਰ ਗਨ ਨਰ ਨਰ। ਗੁਰੂ ਕੀ ਵਡਾਲੀ ਨਗਰ ਦੇ ਵਿੱਚ ਪਿਆਰਿਓ ਘਰ ਘਰ ਮੰਗਲ ਗਾਏ ਜਾ ਰਹੇ ਨੇ, ਘਰ ਘਰ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ, ਘਰ ਘਰ ਆਨੰਦ ਬਣਿਆ ਹੋਇਆ ਹੈ। ਪਿਆਰਿਓ ਕੀ ਨਰ ਕੀ ਨਾਰੀਆਂ ਸਾਰਿਆਂ ਦੇ ਹਿਰਦੇ ਖੁਸ਼ੀ ਦੇ ਨਾਲ ਭਰੇ ਹੋਏ ਹਨ ਜੀ। ਜਾਮ ਦਿਵਸ ਜਬ ਚੜਿਓ ਆਨੰਦਤ ਬੁੱਢਾ ਸਾਹਿਬ ਸੰਤ ਉਦਾਰ। ਤੇ ਜਿਸ ਵੇਲੇ ਪਿਆਰਿਓ ਪਹਿਰ ਕੋ ਦਿਨ ਹੋਰ ਬਤੀਤ ਹੋ ਜਾਂਦਾ ਹੈ, ਪਹਿਰ ਦਿਨ ਚੜ ਆਉਂਦਾ ਹੈ, ਲਗਭਗ ਆਪਾਂ ਕਹਿ ਲਈਏ ਕਿ 9 ਵਜੇ ਜਾਂ 10 ਵਜੇ ਸਵੇਰ ਦਾ ਜਦੋਂ ਇਹ ਵੇਲਾ ਹੋ ਜਾਂਦਾ ਹੈ, ਵਕਤ ਹੋ ਜਾਂਦਾ ਹੈ, ਤੇ ਬਾਬਾ ਬੁੱਢਾ ਸਾਹਿਬ ਜੀ ਜਿਹੜੇ ਰੱਬ ਰੂਪ ਨੇ, ਜੋ ਮਹਾਨ ਸੰਤ ਨੇ, ਬੰਦਗੀ ਕਰਨ ਵਾਲੇ ਬ੍ਰਹਮ ਗਿਆਨੀ ਹਨ ਜੀ। ਲੈ ਗੁਰਦਾਸ ਸੰਗ ਤਬ ਆਇਓ ਦਰਸ਼ਨ ਕਾਰਨ ਗੁਰ ਦਰਬਾਰ। ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਨਾਲ ਲੈ ਕੇ ਤੇ ਬਾਬਾ ਬੁੱਢਾ ਸਾਹਿਬ ਪਿਆਰਿਓ ਫਿਰ ਦਰਸ਼ਨ ਕਰਨ ਦੇ ਲਈ ਆਏ ਨੇ। ਲੈ ਗੁਰਦਾਸ ਸੰਗ ਤਬ ਆਇਓ ਦਰਸ਼ਨ ਕਾਰਨ ਗੁਰ ਦਰਬਾਰ। ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਜੀ ਨੂੰ ਨਾਲ ਲੈ ਕੇ ਇਹ ਪਿਆਰਿਓ ਗੁਰੂ ਘਰ ਆਏ ਨੇ ਇਸ ਬਾਲਕ ਦੇ ਦੀਦਾਰ ਕਰਨ ਦੇ ਲਈ। ਧੰਨ ਗੁਰ ਅਰਜੁਨ ਦੇਵ ਮਹਾਰਾਜ ਜੀ ਨੂੰ ਮਿਲਣ ਵਾਸਤੇ ਬਾਬਾ ਬੁੱਢਾ ਭਾਈ ਗੁਰਦਾਸ, ਇਹ ਵੀ ਜੋੜੀ ਹੈ ਨਾ ਜੀ। ਵੇਖੋ ਕਮਾਲ ਦੀ ਬਾਤ ਇਹ ਹੈ ਵੀ ਗੁਰੂ ਕਾਲ ਤੋਂ ਨਾ ਅਸੀਂ ਦੇਖਦੇ ਹਾਂ ਵੀ ਗੁਰੂ ਘਰ ਅੰਦਰ ਜੋੜੀਆਂ ਬੜੀਆਂ ਜਿਹੜੀਆਂ ਨੇ ਉਹ ਚੱਲਦੀਆਂ ਰਹੀਆਂ। ਜੋੜੀਆਂ
ਜਿਵੇਂ ਹੁਣ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ, ਇਹਨਾਂ ਦੀ ਜੋੜੀ ਸੀ। ਭਾਈ ਮਣੀ ਸਿੰਘ ਜੀ, ਬਾਬਾ ਦੀਪ ਸਿੰਘ ਜੀ ਪਿਆਰੇ, ਫਿਰ ਉਹਨਾਂ ਦੀ ਜੋੜੀ ਸੀ। ਗਰਜਾ ਸਿੰਘ, ਬੋਤਾ ਸਿੰਘ, ਫਿਰ ਉਹਨਾਂ ਦੀ ਬੜੀ ਪਿਆਰੀ ਜੋੜੀ ਸੀ। ਸੁੱਖਾ ਸਿੰਘ, ਮਹਿਤਾਬ ਸਿੰਘ, ਫਿਰ ਉਹਨਾਂ ਦੀ ਜੋੜੀ ਸੀ। ਇਸੇ ਤਰ੍ਹਾਂ ਪਿਆਰੋ ਆਪਾਂ ਗਾਂ ਚੱਲਦੇ ਆਂ। ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ, ਉਹਨਾਂ ਦੋਨਾਂ ਭਰਾਵਾਂ ਦੀ ਜੋੜੀ ਹੈ। ਸਾਹਿਬਜ਼ਾਦਾ ਬਾਬਾ ਜੋਰਾਵਰ, ਬਾਬਾ ਫਤਿਹ ਸਿੰਘ, ਗਾਂ ਫਿਰ ਉਹਨਾਂ ਦੀ ਜੋੜੀ ਹੈ। ਆਪਾਂ ਹੋਰ ਅੱਗੇ ਚਲੀਏ, ਪਿਆਰੇ ਸੁੱਖੇ ਤੇ ਜਿੰਦੇ ਦੀ ਜੋੜੀ ਹੈ। ਭਾਈ ਸਤਵੰਤ ਸਿੰਘ ਤੇ ਬੇਅੰਤ ਸਿੰਘ ਦੀ ਜੋੜੀ ਹੈ ਜੀ, ਜਿਨ੍ਹਾਂ ਨੇ ਅੱਜ ਸਿੱਖ ਕੌਮ ਦੀ ਲੱਤੀ ਹੋਈ ਪੱਗ ਫਿਰ ਕੌਮ ਦੇ ਸਿਰ ਤੇ ਰੱਖੀ ਜੀ। ਉਹ ਅੱਜ ਮਹਾਨ ਦਿਨ ਹੈ, 31 ਅਕਤੂਬਰ ਆਪ ਸਾਰਿਆਂ ਨੂੰ ਯਾਦ ਹੈ। ਪਿਆਰਿਓ, ਜਿਸ ਬੀਬੀ ਰਾਣੀ ਨੇ ਹੁਕਮ ਦੇ ਕੇ ਫੌਜਾਂ ਚਾੜੀਆਂ, ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਾਇਆ, ਟਹਿ ਟੇਰੀ ਕੀਤਾ, ਉਹ ਸਭ ਆਪ ਜੀ ਜਾਣਦੇ ਹੀ ਹੋ। ਪਿਆਰਿਓ, ਜਿਸ ਵੇਲੇ ਜੂਨ ਦੇ ਵਿੱਚ ਇਹ ਭਾਣਾ ਵਾਪਰਦਾ ਜੀ, ਬਲੂ ਸਟਾਰ ਹੁੰਦਾ ਹੈ, ਉਸ ਵੇਲੇ ਫਿਰ ਸਤਵੰਤ ਸਿੰਘ, ਬੇਅੰਤ ਸਿੰਘ ਇਹ ਦਿੱਲੀ ਨੇ ਜੀ। ਇਹ ਉੱਥੇ ਸਤਵੰਤ ਸਿੰਘ ਇਹ ਕਮਾਂਡੋ ਹੈ, ਬੇਅੰਤ ਸਿੰਘ ਜੀ ਇਹ ਇਨਸਪੈਕਟਰ ਨੇ, ਔਰ ਇਹ ਉਸ ਵੇਲੇ ਦੀ ਬੀਬੀ ਰਾਣੀ ਦੇ ਇਹ ਸੁਰੱਖਿਆ ਕਰਮਚਾਰੀ ਨੇ ਜੀ। ਭਾਈ ਬੇਅੰਤ ਸਿੰਘ ਜੀ ਉਹ ਪਹਿਲੀ ਕਤਾਰ ਦੇ ਪਿਆਰੇ ਸੁਰੱਖਿਆ ਕਰਮਚਾਰੀ ਨੇ। ਪਰ ਸਿੱਖ ਤਾਂ ਸਿੱਖ ਹੀ ਹੈ ਨਾ ਜੀ। ਸਿੱਖ ਹਰਮੰਦਰ ਸਾਹਿਬ ਜੀ ਦੇ ਨਾਲ ਇਹਨਾਂ ਕੋ ਅੰਦਰੋਂ ਜੁੜਿਆ ਹੋਇਆ ਨਾ ਜੀ। ਸਿੱਖ ਆਪਣੇ ਘਰ ਦਾ ਅਟੈਕ ਬਰਦਾਸ਼ਤ ਕਰ ਲੈਂਦਾ, ਆਪਣੇ ਤੇ ਅਟੈਕ ਨੂੰ ਬਰਦਾਸ਼ਤ ਕਰ ਲੈਂਦਾ, ਪਰ ਆਪਣੇ ਹਰਮੰਦਰ ਗੁਰੂ ਦੀ ਬੇਅਦਬੀ ਨੂੰ ਸਿੱਖ ਨਹੀਂ ਬਰਦਾਸ਼ਤ ਕਰਦਾ, ਜੋ ਮਰਜ਼ੀ ਹੋ ਜੇ ਜੀ। ਪਤਾ ਨਹੀਂ ਇਹ ਗੁਰੂ ਦੀ ਕਿਰਪਾ ਹੀ ਹੈ। ਮੈਂ ਫਿਰ ਬੇਨਤੀ ਕਰਾਂ, ਜ਼ਰੂਰੀ ਨਹੀਂ ਉਹ ਸਿੱਖ ਅੰਮ੍ਰਿਤਧਾਰੀ ਹੋਵੇ ਜੀ। ਚਾਹੇ ਅੰਮ੍ਰਿਤਧਾਰੀ ਹੈ, ਚਾਹੇ ਕਲੀਨ ਸ਼ੇਪ ਹੈ, ਚਾਹੇ ਬਾਣੀ ਪੜ੍ਹਦਾ, ਚਾਹੇ ਨਹੀਂ ਪੜ੍ਹਦਾ। ਜਿਸ ਵੇਲੇ 84 ਵਾਲਾ ਸਾਕਾ ਵਾਪਰਿਆ ਤੇ ਹਰ ਸਿੱਖ ਦਾ ਜਿਹੜਾ ਦਿਲ ਸੀ ਉਹ ਰੋਇਆ ਸੀ ਜੀ। ਚਾਹੇ ਕੋਈ ਬਾਣੀ ਪੜ੍ਹਨ ਵਾਲਾ ਸੀ, ਨਹੀਂ ਪੜ੍ਹਨ ਵਾਲਾ, ਚਾਹੇ ਕੋਈ ਪੂਰਨ ਗੁਰਸਿੱਖ ਸੀ, ਚਾਹੇ ਕੋਈ ਪਿਆਰਿਓ ਪੂਰਾ ਸਿੱਖ ਨਹੀਂ ਵੀ ਸੀ, ਰਹਿਣੀ ਬਹਿਣੀ ਦੇ ਵਿੱਚ, ਪਰ ਹਰ ਸਿੱਖ ਦਾ ਅੰਦਰ ਰੋਇਆ ਸੀ ਉਸ ਵੇਲੇ ਜੀ। ਅੱਜ ਵੀ ਜਿਹੜੇ ਚੇਤੇ ਕਰਦੇ ਨੇ ਉਹ ਰੋਂਦੇ ਨੇ ਜੀ, ਕਿਉਂਕਿ ਹਰਮੰਦਰ ਸ੍ਰੀ ਦਰਬਾਰ ਸਾਹਿਬ ਇਹ ਸਿੱਖ ਦਾ ਹਿਰਦਾ ਹੈ, ਇਹ ਸਿੱਖ ਦੀ ਰੂਹ ਹੈ, ਆਤਮਾ ਹੈ। ਸਿੱਖ ਝੰਜੋੜਿਆ ਜਾਂਦਾ ਹੈ ਜਦੋਂ ਸ੍ਰੀ ਦਰਬਾਰ ਸਾਹਿਬ ਜੀ ਦੀ ਕੋਈ ਬੇਅਦਬੀ ਦੀ ਗੱਲ ਸੁਣਦਾ ਜਾਂ ਕੋਈ ਬੇਅਦਬੀ ਕਰੇ। ਇਹ ਤਾਂ ਕੋਈ ਜਰਿਆ ਨਹੀਂ ਜਾਂਦਾ, ਬਰਦਾਸ਼ਤ ਨਹੀਂ ਹੁੰਦਾ। ਪਿਆਰ ਇਹਨਾਂ ਕੋਲੋਂ ਨਹੀਂ ਬਰਦਾਸ਼ਤ ਹੋਇਆ। ਉੱਥੇ ਹੁਣ ਇਹ ਰਹਿੰਦੇ ਨੇ ਦਿੱਲੀ, ਹੈ ਨੇ ਅੰਗ ਰੱਖਿਅਕ, ਉੱਥੇ ਇਹ ਡਿਊਟੀ ਕਰਦੇ ਨੇ, ਪਰ ਮਨ ਵਿੱਚ ਇਹਨਾਂ ਦੇ ਵਲਵਲੇ ਬਹੁਤ ਨੇ, ਅੰਦਰ ਉਬਾਲੇ ਬਹੁਤ ਆ ਰਹੇ ਨੇ। ਦੂਸਰੀ ਗੱਲ ਇਵੇਂ ਕਹਿ ਲਈਏ ਕਿ ਮਾਲਕ ਨੇ ਕਿਰਪਾ ਕਰਕੇ ਸੇਵਾ ਹੀ ਇਹਨਾਂ ਤੋਂ ਲੈਣੀ ਸੀ ਜੀ। ਕੈਸੀ ਵਿਧ ਬਣੀ। ਹੁਣ ਪਿਆਰਿਓ, ਕੇਰ ਸਿੰਘ ਜੀ ਜੋ ਭਾਈ ਬੇਅੰਤ ਸਿੰਘ ਦੀ ਉਹਨਾਂ ਦੇ ਰਿਸ਼ਤੇਦਾਰ ਨੇ, ਆਪਸ ਵਿੱਚ ਮਿਲਦੇ ਨੇ ਤੇ ਗੱਲਾਂ ਬਾਤਾਂ ਹੁੰਦੀਆਂ ਨੇ। ਅੰਦਰ ਭਾਵਨਾ ਤੇ ਇੱਕੋ ਹੀ ਹੈ ਨਾ ਕਿ ਜੋ ਹੋਇਆ ਹੋਇਆ ਬਹੁਤ ਮਾੜਾ, ਪਰ ਕਦੇ ਕੇਰ ਸਿੰਘ ਬੇਅੰਤ ਸਿੰਘ ਜਦੋਂ ਮਿਲਦੇ ਨੇ ਨਾ ਤੇ ਗੱਲਾਂ ਕਰਦੇ ਨੇ ਆਪਸ ਵਿੱਚ ਵੀ ਹੋਇਆ ਤੇ ਬੜਾ ਮਾੜਾ, ਬੇਅਦਬੀ ਬੜੀ ਹੋਈ ਹੈ। ਇਹ ਵੀ ਪਤਾ ਲੱਗਿਆ ਕਿ ਉਹਨਾਂ ਦੀ ਸਰਕਾਰ ਦੀ ਇਹ ਪਲੈਨਿੰਗ ਹੈ ਕਿ 14-15 ਸਾਲ ਤੋਂ ਲੈ ਕੇ 35 ਸਾਲ ਤੱਕ ਦਾ ਕੋਈ ਵੀ ਜਿਹੜਾ ਸਿੱਖ ਨੌਜਵਾਨ ਬੱਚਾ ਹੈ ਪੰਜਾਬ ਦੀ ਧਰਤੀ ਤੇ ਉਹ ਜਿਉਂਦਾ ਨਹੀਂ ਰਹਿਣ ਦੇਣਾ। ਅੰਦਰ ਦਰਦ ਹੈ, ਪਰ ਹੁਣ ਸੋਚਦੇ ਨੇ ਮੈਂ ਕੀਤਾ ਕੀ ਜਾਵੇ। ਕਦੇ ਕਦੇ ਬੇਅੰਤ ਸਿੰਘ ਜੀ ਪੁੱਛਦੇ ਨੇ ਸਰਦਾਰ ਕੇਰ ਸਿੰਘ ਜੀ ਉਹਨਾਂ ਦੇ ਰਿਸ਼ਤੇਦਾਰ ਨੇ ਕਿ ਕੀ ਕੋਈ ਫਿਰ ਬਣੇਗਾ ਆਪਣੇ ਸੁੱਖਾ ਸਿੰਘ, ਮਹਿਤਾਬ ਸਿੰਘ, ਤਾਂ ਕਹਿੰਦੇ ਹੋ ਸਕਦਾ ਇਹ ਸੇਵਾ ਰੱਬ ਤੁਹਾਡੇ ਕੋਲੇ ਲੈ ਲਵੇ। ਇਦਾਂ ਦੀਆਂ ਗੱਲਾਂ ਬਾਤਾਂ ਚੱਲਦੀਆਂ। ਬੇਅੰਤ ਸਿੰਘ ਦੇ ਅੰਦਰ ਪਿਆਰ ਭਾਵਨਾ ਹੈ ਕਿ ਮੈਂ ਇਹ ਬਦਲਾ ਲਵਾਂ, ਪਰ ਇੱਕ ਸਾਥੀ ਦੀ ਭਾਲ, ਕਿ ਸਾਥੀ ਮੈਨੂੰ ਮਿਲ ਜਾਏ। ਫਿਰ ਹੋਇਆ ਕਿ ਭਾਈ ਸਤਵੰਤ ਸਿੰਘ ਜੀ ਇਹ ਪਿਆਰ ਇਹ ਕਮਾਂਡੋ ਸਨ, ਉਹਨਾਂ ਦੇ ਨਾਲ ਹੀ ਉਹ ਵੀ ਰਹਿੰਦੇ ਸਨ। ਹੁਣ ਸਿੱਧਾ ਤੇ ਪੁੱਛਿਆ ਨਹੀਂ ਜਾ ਸਕਦਾ। ਹੁਣ ਇਹ ਤਾਂ ਪੁੱਛਣਾ ਨਾ ਵੀ ਇਹ ਬੋਲਦਾ ਕਿੱਥੋਂ ਆ, ਸਿਆਣਪ ਤੇ ਇਹੀ ਹੈ ਵੀ ਇਹਦਾ ਇਰਾਦਾ ਕੀ ਹੈ, ਤੇ ਉਹਦੇ ਢੰਗ ਦੇ ਨਾਲ ਫਿਰ ਗੱਲ ਕੀਤੀ ਜਾਣੀ ਹੈ ਨਾ ਜੀ। ਹੁਣ ਬੇਅੰਤ ਸਿੰਘ ਦੀ ਨਿਗਾਹ ਪੈਂਦੀ ਸਤਵੰਤ ਸਿੰਘ ਤੇ। ਇੱਕ ਦਿਨ ਕੀ ਹੋਇਆ, ਡਿਊਟੀ ਦੇ ਦੌਰਾਨ ਭਾਈ ਬੇਅੰਤ ਸਿੰਘ ਨੇ ਸਤਵੰਤ ਸਿੰਘ ਨੂੰ ਇਹ ਪੁੱਛਿਆ ਏ ਕਿ ਸਤਵੰਤ ਸਿਆਂ ਇਸ ਵਾਰ ਦੀਵਾਲੀ ਤੇ ਆਪਣੇ ਪਿੰਡ ਨਹੀਂ ਜਾਣਾ? ਅੱਗੋਂ ਸਤਵੰਤ ਸਿੰਘ ਕਹਿੰਦਾ ਵੀਰਾ ਸਾਡੀ ਕਾਹਦੀ ਦੀਵਾਲੀ ਹੈ,
ਅੰਦਰ ਭਰਿਆ ਸੀ ਜੀ। ਉਹ ਕਹਿੰਦਾ ਅਸਾਂ ਦੀ ਕਾਹਦੀ ਦੀਵਾਲੀ ਏ? ਅਕਾਲ ਤਖ਼ਤ ਢਾਹ ਦਿੱਤਾ ਗਿਆ, ਦਰਬਾਰ ਸਾਹਿਬ ਦੇ ਗੋਲੀਆਂ ਲੱਗੀਆਂ ਨੇ, ਇਹਨੇ ਸਿੰਘ ਸ਼ਹੀਦ ਹੋਏ ਨੇ, ਤੇ ਜਥੇਦਾਰ ਸਾਹਿਬਾਨ ਉਹਨਾਂ ਨੇ ਇਹ ਹੁਕਮਨਾਮਾ ਵੀ ਜਾਰੀ ਕੀਤਾ ਵੀ ਜਿਹੜਾ ਸਿੱਖ ਉਹਨਾਂ ਦੀ ਕਾਲੀ ਦੀਵਾਲੀ ਹੋਵੇਗੀ। ਕਹਿੰਦਾ ਸਾਡੀ ਕਾਹਦੀ ਦੀਵਾਲੀ, ਅਸਾਂ ਕਾਹਦਾ ਪਿੰਡ ਜਾਣਾ। ਭਾਈ ਬੇਅੰਤ ਸਿੰਘ ਨੇ ਸੁਣਿਆ, ਬਸ ਇਵੇਂ ਲੱਗਿਆ ਕਿ ਜਿਵੇਂ ਤੀਰ ਨਿਸ਼ਾਨੇ ਤੇ ਵੱਜੇ ਆਏ। ਕਹਿੰਦਾ ਸਤਵੰਤ ਸਿਆ ਹੋਇਆ ਤੇ ਬੜਾ ਮਾੜਾ, ਤੇ ਕੀ ਇਹਦਾ ਕੋਈ ਬਦਲਾ ਨਹੀਂ ਲਵੇਗਾ? ਪਰ ਕਹਿੰਦਾ ਨਹੀਂ, ਬਦਲਾ ਤੇ ਲਏਗਾ। ਜੇ ਅਬਦਾਲੀ ਵਰਗੇ, ਮਸਾ ਰੰਗੜ ਵਰਗੇ ਪਰਤ ਪਰਤ ਕੇ ਆਉਣਗੇ ਤੇ ਇੱਥੇ ਭਾਈ ਸੁੱਖਾ ਸਿੰਘ, ਮਤਾਬ ਸਿੰਘ ਵਰਗੇ ਵੀ ਪੈਦਾ ਜ਼ਰੂਰ ਹੋਣਗੇ, ਕੋਈ ਨਾ ਕੋਈ ਆਏਗਾ। ਤੇ ਬੇਅੰਤ ਸਿੰਘ ਹੱਸ ਕੇ ਕਹਿੰਦਾ ਵੀ ਇਹ ਸੇਵਾ ਕਿਧਰੇ ਸਾਡੇ ਕੋਲ ਹੀ ਨਾ ਲਿਖੀ ਹੋਵੇ। ਸੰਤਵੰਤ ਸਿੰਘ ਨੇ ਫਿਰ ਵੇਖਿਆ, ਕਹਿੰਦਾ ਹੋ ਸਕਦਾ ਹੈ ਕਿ ਬਾਜਾਂ ਵਾਲੇ ਸੇਵਾ ਸਾਡੇ ਤੋਂ ਲੈਣੀ ਹੋਵੇ। ਕੁਝ ਦਿਨ ਹੋਰ ਲੰਘੇ, ਫਿਰ ਇੱਕ ਦਿਨ ਬੇਅੰਤ ਸਿੰਘ ਨੇ ਪੁੱਛਿਆ ਸਤਵੰਤ ਸਿੰਘ ਵੀ ਅਸੀਂ, ਸਾਡਾ ਪ੍ਰੋਗਰਾਮ ਬਣਿਆ, ਛੁੱਟੀ ਅਸੀਂ ਚੱਲੇ ਆ, ਤੇ ਸਾਡਾ ਇਹ ਵੀ ਮਨ ਹੈ ਕਿ ਦਰਬਾਰ ਸਾਹਿਬ ਆਪਾਂ ਜਾ ਕੇ ਆਈਏ, ਸਭ ਕੁਝ ਦੇਖ ਕੇ ਆਈਏ, ਜੇ ਤੁਹਾਡਾ ਮਨ ਹੋਵੇ ਤੇ ਨਾਲ ਚੱਲੋਗੇ? ਉਹ ਕਹਿੰਦੇ ਮੈਂ ਪ੍ਰਬੰਧ ਕਰਦਾ, ਜੇ ਮੈਨੂੰ ਵੀ ਛੁੱਟੀ ਮਿਲ ਗਈ ਤੇ ਮੈਂ ਜ਼ਰੂਰ ਜਾਵਾਂਗਾ ਜੀ। ਚਲੋ ਜੀ, ਛੁੱਟੀ ਮਿਲ ਗਈ। 20 ਅਕਤੂਬਰ ਨੂੰ ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ ਜੀ, ਪਿਆਰਿਓ ਭਾਈ ਕੇਹਰ ਸਿੰਘ ਜੀ, ਇਹ ਸ੍ਰੀ ਦਰਬਾਰ ਸਾਹਿਬ ਪਹੁੰਚਦੇ ਨੇ। ਉੱਥੇ ਜਦੋਂ ਆਣ ਕੇ ਦਰਸ਼ਨ ਪਾਏ ਇਹਨਾਂ ਨੇ, ਸ੍ਰੀ ਅਕਾਲ ਤਖ਼ਤ ਸਾਹਿਬ ਟਹਿ ਟੇਰੀ ਹੋਇਆ ਤੱਕਿਆ, ਅੱਖਾਂ ਭਰ ਆਈਆਂ, ਹਿਰਦਾ ਇਹਨਾਂ ਦਾ ਵਲੂੰਦਰਿਆ ਗਿਆ। ਉੱਥੇ ਪਰ ਕਹਿੰਦੇ ਚੁੱਪ ਹੋ ਗਏ, ਕਿਸੇ ਨੇ ਕੋਈ ਗੱਲ ਨਾ ਕੀਤੀ, ਕਿਸੇ ਨਾਲ ਕੋਈ ਬੋਲਿਆ ਨਹੀਂ। ਕਾਫੀ ਦੇਰ ਉੱਥੇ ਰੁਕਣ ਤੋਂ ਬਾਅਦ ਇਹ ਫਿਰ ਆਪੋ ਆਪਣੇ ਪਿੰਡਾਂ ਨੂੰ ਚਲੇ ਗਏ। ਭਾਈ ਸਤਵੰਤ ਸਿੰਘ ਜੀ, ਉਹਨਾਂ ਦਾ ਨਗਰ ਹੈ ਜੀ ਪਿੰਡ ਅਗਵਾਨ, ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ, ਡੇਰਾ ਬਾਬਾ ਨਾਨਕ ਤੋਂ ਕੇਵਲ 4-5 ਕਿਲੋਮੀਟਰ ਦੂਰੀ ਤੇ ਹੀ ਹੈ ਜੀ, ਨਾਲ ਹੀ ਹੈ ਉਹਦਾ ਪਿੰਡ ਅਗਵਾਨ, ਰੋਡ ਦੇ ਉੱਤੇ ਹੀ ਹੈ। ਭਾਈ ਬੇਅੰਤ ਸਿੰਘ ਜੀ, ਉਹਨਾਂ ਦਾ ਨਗਰ ਹੈ ਮਲੋਆ, ਮੋਹਾਲੀ ਦੇ ਕੋਲ, ਚੰਡੀਗੜ੍ਹ ਦੇ ਨੇੜੇ। ਉਹ ਆਪਣੇ ਪਿੰਡ ਚਲੇ ਗਏ। ਸਤਵੰਤ ਸਿੰਘ ਜੀ ਆਪਣੇ ਨਗਰ ਚਲੇ ਗਏ। ਸਤਵੰਤ ਸਿੰਘ ਜੀ ਦੀ ਮੰਗਣੀ ਹੋ ਚੁੱਕੀ ਸੀ, ਪਰ ਜੇ ਮੈਰਿਜ ਨਹੀਂ ਸੀ ਹੋਈ ਜੀ। ਜਦੋਂ ਉੱਥੇ ਗਏ ਨੇ, ਪਰਿਵਾਰ ਨੂੰ ਜਾ ਕੇ ਮਿਲੇ, ਬਾਪੂ ਨੂੰ ਮਿਲੇ, ਭਰਾਵਾਂ ਨੂੰ ਮਿਲੇ। ਇਹਨਾਂ ਦੇ ਹੋਰ ਵੀ ਭਰਾ ਨੇ ਸਤਵੰਤ ਸਿੰਘ ਜੀ ਦੇ, ਸਰਵਣ ਸਿੰਘ ਜੀ ਉਹ ਨਿਊਜ਼ੀਲੈਂਡ, ਸਰਦਾਰ ਗੁਰਨਾਮ ਸਿੰਘ, ਸਰਦਾਰ ਵਰਿਆਮ ਸਿੰਘ ਜੀ, ਇਹਨਾਂ ਦੇ ਹੋਰ ਭਰਾ ਨੇ। ਖੈਰ ਹੁਣ ਜਦੋਂ ਇਹ ਆਪਣੇ ਨਗਰ ਗਏ, ਉੱਥੇ 1-2 ਦਿਨ ਰਹੇ, ਸਾਰੇ ਪਰਿਵਾਰ ਨੂੰ ਮਿਲੇ। ਉਹ ਕਹਿੰਦੇ, ਬਾਪੂ ਨੇ ਆਖਿਆ ਸਤਵੰਤ ਸਿੰਘ ਵੀ ਹੁਣ ਤੂੰ ਆਇਆ ਇਸ ਸਬਬ ਨਾਲ ਤੇ ਵਿਆਹ ਕਰ ਦਈਏ। ਉਹ ਕਹਿੰਦਾ ਬਾਪੂ ਨਹੀਂ, ਅਜੇ ਕੋਈ ਪਰਚਾ ਪੈਣ ਵਾਲਾ ਏ, ਉਹ ਪਰਚਾ ਇਮਤਿਹਾਨ ਮੈਂ ਦੇ ਲਵਾਂ ਤੇ ਵਿਆਹ ਬਾਰੇ ਫਿਰ ਸੋਚਾਂਗਾ। ਪਰਿਵਾਰ ਸਮਝਿਆ ਨਹੀਂ ਇਹਦੀਆਂ ਰਮਜਾਂ ਨੂੰ ਜੀ। ਉਹ ਕਹਿੰਦਾ ਅਜੇ ਪਤਾ ਨਹੀਂ ਕਿਹੜਾ ਕਿਹੜਾ ਵਿਆਹ ਹੋਣਾ, ਅਜੇ ਨਹੀਂ। ਖੈਰ ਉੱਥੇ ਇਹਨੇ ਇਹ ਵੀ ਆਖਿਆ ਕਿ ਮੈਂ ਇੱਕ ਵਾਰੀ ਜੋ ਮੇਰੀ ਮੰਗੇਤਰ ਹੈ ਬੀਬੀ ਸੁਰਿੰਦਰ ਕੌਰ, ਮੈਂ ਉਹਨੂੰ ਮਿਲਣਾ ਚਾਹੁੰਦਾ ਵਾਂ। ਹਾਲਾਂਕਿ ਆਪਣੇ ਚਲੋ ਹੁਣ ਤੇ ਨਹੀਂ ਨਾ, ਹੁਣ ਤੇ ਚਲੋ ਕਹਾਣੀ ਹੋਰ ਹੋ ਗਈ ਹੈ ਨਾ, ਰਿਵਾਜ ਨਹੀਂ ਸੀ। ਬਾਪੂ ਕਹਿੰਦਾ ਨਾ, ਆਪਾਂ ਵਿਆਹ ਤੋਂ ਪਹਿਲਾਂ ਬਗਾਨੀ ਧੀ ਨੂੰ ਆਪਾਂ ਬਿਲਕੁਲ ਨਹੀਂ ਤੈਨੂੰ ਮਿਲ ਦੇਣਾ। ਜੇ ਵਿਆਹ ਵਾਲੀ ਗੱਲ ਕਰਨ ਆਪਾਂ ਵਿਆਹ ਕਰ ਸਕਦੇ। ਕਹਿੰਦਾ ਨਹੀਂ ਬਾਪੂ, ਫਿਰ ਕਿਤੇ ਮੈਂ ਲੰਮੀ ਛੁੱਟੀ ਲੈ ਕੇ ਆਵਾਂਗਾ ਨਾ ਤੇ ਵਿਆਹ ਆਪਾਂ ਫਿਰ ਕਰਾਂਗੇ, ਪਰ ਮਾਂ ਇੱਕ ਵਾਰੀ ਹੁਣ ਮੈਂ ਮੁਲਾਕਾਤ ਕਰਨੀ ਚਾਹੁੰਦਾ ਵਾਂ। ਪਿਆਰੇ ਚਲੋ, ਉਹ ਇਹਦੀ ਭਰਜਾਈ ਦੀ, ਪਿਆਰੇ ਮਾਸੀ ਦੀ ਧੀ ਸੀ, ਗੱਲ ਕੀਤੀ। ਉਹ ਕਹਿੰਦੀ ਕੋਈ ਨਹੀਂ, ਮਿਲਾ ਦਿੰਦੇ ਆ ਜੀ। ਉੱਥੇ ਬਾਬਾ ਬੁੱਢਾ ਸਾਹਿਬ ਦਾ ਗੁਰਦੁਆਰਾ ਰਮਦਾਸ ਨੇੜੇ ਉਹਨਾਂ ਦਾ ਪਿੰਡ ਸੀ, ਚਲੋ ਜੀ ਉੱਥੇ ਜਾ ਕੇ ਮਿਲੇ। ਉੱਥੇ ਫਿਰ ਗੱਲਾਂ ਬਾਤਾਂ ਹੋਈਆਂ। ਸਤਵੰਤ ਸਿੰਘ ਨੇ ਆਪਣੀ ਮੰਗੇਤਰ ਨੂੰ ਇਸ਼ਾਰੇ 'ਚ ਕਹਿ ਦਿੱਤਾ ਕਿ ਸ਼ਾਇਦ ਮੇਰਾ ਵਿਆਹ ਕਿਸੇ ਹੋਰ ਪਾਸੇ ਹੋਵੇ, ਭਾਵ ਕਿ ਲਾੜੀ ਮੌਤ ਮੈਂ ਵਿਆਹ ਲਵਾਂ। ਪਰਿਵਾਰ ਨੂੰ ਮਿਲ ਕੇ ਵਾਪਸ ਆਏ ਨੇ। ਸਤਵੰਤ ਸਿੰਘ, ਬੇਅੰਤ ਸਿੰਘ ਵੀ ਆ ਜਾਂਦੇ ਨੇ ਜੀ, ਉੱਥੇ ਦਿੱਲੀ ਪਹੁੰਚ ਜਾਂਦੇ, ਡਿਊਟੀ ਤੇ ਸ਼ੁਰੂ ਹੋ ਜਾਂਦੇ ਨੇ। 24 ਅਕਤੂਬਰ ਨੂੰ ਦੋਨਾਂ ਨੇ ਜਾ ਕੇ ਅੰਮ੍ਰਿਤਪਾਨ ਵੀ ਕੀਤਾ ਜੀ, ਦੋਨਾਂ ਨੇ ਅੰਮ੍ਰਿਤਪਾਨ ਕੀਤਾ। ਅੰਮ੍ਰਿਤਪਾਨ ਕਰਨ ਤੋਂ ਬਾਅਦ ਪਿਆਰੇ ਫਿਰ ਜੋ ਉਹਨਾਂ ਨੇ ਗੁਰੂ ਨੇ ਸੇਵਾ ਲੈਣੀ ਸੀ ਉਹਨਾਂ ਕੋਲੋਂ, ਬਲਿਆਨਗ ਉਹਨਾਂ ਨੇ ਕੀਤੀ। ਪਿਆਰੇ ਜਿਸ ਵੇਲੇ 31 ਅਕਤੂਬਰ ਨੂੰ ਇਹ ਬੀਬੀ ਰਾਣੀ ਤਿਆਰ ਹੋ ਕੇ ਲਗਭਗ 9:15 ਵਜੇ ਇਹ ਫਿਰ ਉਸ ਆਪਣੀ ਕੋਠੀ ਚੋਂ ਨਿਕਲਦੀ ਹੈ। ਹੁਣ ਅੱਗੇ
ਸਤਵੰਤ ਸਿੰਘ ਇਹਦੀ ਡਿਊਟੀ ਪੈ ਲੱਗੀ ਸੀ ਦੂਰ, ਥੋੜੀ ਦੂਰ ਹਟਵੀਂ। ਇਹ ਕਹਿੰਦਾ ਹੁਣ ਕੀ ਬਣੂਗਾ? ਇਹਨੇ ਫਿਰ ਬਹਾਨਾ ਮਾਰਿਆ, ਜਿਹੜਾ ਅੱਗੇ ਖੜਾ ਸੀ ਉਹਨੂੰ ਕਹਿੰਦਾ ਹੈ ਕਿ ਮੇਰਾ ਥੋੜਾ ਪੇਟ ਖਰਾਬ ਹੈ ਤੇ ਤੂੰ ਮੇਰੇ ਨਾਲ ਜਗ੍ਹਾ ਬਦਲੀ ਕਰ ਲੈ, ਕਿ ਜਿਹੜੇ ਇੱਥੇ ਰੈਸਟਰੂਮ ਵਾਸ਼ਰੂਮ ਹੈ ਵੀ ਮੈਂ ਉਹਦੇ ਨੇੜੇ ਚਲਾ ਜਾ, ਮੈਨੂੰ ਤਕਲੀਫ ਹੋ ਰਹੀ ਹੈ। ਬਹਾਨਾ ਮਾਰਿਆ ਜੀ, ਡਿਊਟੀ ਉਹਦੇ ਨਾਲ ਬਦਲ ਲਈ ਜੀ, ਉਸ ਕਰਮਚਾਰੀ ਨਾਲ, ਮੁਲਾਜ਼ਮ ਦੇ ਨਾਲ। ਪਿਆਰ ਹੁਣ ਅੱਜ ਮੈਂ ਸੁਣਦਾ ਪਿਆ ਸਾਂ, ਇੰਦਰਾ ਗਾਂਧੀ ਦੇ ਨਾਲ ਇੱਕ ਮੰਤਰੀ ਚੱਲਦਾ ਪਿਆ ਸੀ, ਉਹ ਦੱਸ ਰਿਹਾ ਸੀ, ਉਹ ਕਹਿੰਦਾ ਕਿ ਬੇਅੰਤ ਸਿੰਘ ਨੇ ਉਹਨੇ ਕਿਹਾ ਸੀ ਕਿ ਵੇਖ ਮੇਰੇ ਪਿਸਟਲ ਜਿਹੜੀ ਗੋਲੀਆਂ ਨੇ, ਇਹ 3 ਗੋਲੀਆਂ ਸਤਵੰਤ ਸਿੰਘ ਮੈਂ ਮਾਰਾਂਗਾ ਬੀਬੀ ਰਾਣੀ ਨੂੰ, ਤੇ ਜੇ ਤੂੰ ਆਪਣੀ ਗੰਢ ਦਾ ਘੋੜਾ ਨਾ ਦਬਾਇਆ ਤੇ ਚੌਥੀ ਗੋਲੀ ਮੈਂ ਤੈਨੂੰ ਮਾਰ ਦੇਣੀ, ਇਹ ਵੀ ਚੇਤੇ ਰੱਖੀ। ਉਹ ਕਹਿੰਦਾ ਜਦੋਂ ਅਸੀਂ ਗਏ ਭਾਈ ਬੇਅੰਤ ਸਿੰਘ ਨੇ ਇੱਕ ਹੱਥ ਦੇ ਨਾਲ, ਉਹ ਕਹਿੰਦਾ ਕਿ ਦਰਵਾਜ਼ਾ ਖੋਲਿਆ ਗੇਟ ਦਾ, ਜਿਸ ਵੇਲੇ ਥੋੜੀ ਦੂਰੀ ਰਹਿ ਗਈ ਤੇ ਬੀਬੀ ਰਾਣੀ ਕਹਿੰਦਾ ਸੀ ਮਗਰ ਸਾਂ, ਬਸ ਕਹਿੰਦੇ ਦੂਸਰੇ ਹੱਥ ਨਾਲ ਉਹਨੇ ਆਪਣਾ ਜੋ ਪਿਸਟਲ ਸੀ ਉਹ ਕੱਢਿਆ ਤੇ ਗੋਲੀਆਂ ਦਾਗ ਦਿੱਤੀਆਂ। ਕਹਿੰਦਾ ਅਜੇ ਡਿੱਗਦੀ ਹੀ ਪਈ ਸੀ, ਇੰਨੀ ਦੇਰ ਨੂੰ ਭਾਈ ਸਤਵੰਤ ਸਿੰਘ ਜੀ ਉਹਨਾਂ ਦੀ ਜਿਹੜੀ ਗਨ ਸੀ, ਉਹਨਾਂ ਨੇ ਪੂਰੀ ਦੀ ਪੂਰੀ ਜਿਹੜੀ ਗਨ ਸੀ ਨਾ, ਉਹ ਖਾਲੀ ਕਰ ਦਿੱਤੀ ਇੰਦਰਾ ਗਾਂਧੀ ਤੇ। ਡਿੱਗੀ ਜ਼ਮੀਨ ਤੇ ਭਗਦੜ ਮਚ ਗਈ। ਚਲੋ ਹਸਪੀਟਲ ਲੈ ਗਏ। ਪਿਆਰਿਓ ਇਹਨਾਂ ਦੋਨਾਂ ਨੇ ਭੱਜੇ ਕੋਈ ਨਹੀਂ, ਉੱਥੇ ਜਕਾਰੇ ਛੱਡੇ ਨੇ, ਇਹ ਜਕਾਰੇ ਛੱਡੇ ਉੱਥੇ। ਫਿਰ ਪਿਆਰਿਓ ਜਿਹੜੇ ਮੁਲਾਜ਼ਮ ਹੋਰ ਸਨ, ਸੁਰੱਖਿਆ ਜਿਹੜੀ ਗਾਰਡ ਲੱਗੀ ਸੀ, ਉਹਨਾਂ ਨੇ ਇਹਨਾਂ ਤੇ ਹਮਲਾ ਕਰ ਦਿੱਤਾ। ਉਸ ਹਮਲੇ ਦੇ ਦੌਰਾਨ ਭਾਈ ਬੇਅੰਤ ਸਿੰਘ ਜੀ ਉਹ ਤਾਂ ਸ਼ਹੀਦ ਹੋ ਗਏ। ਹਾਲਾਂਕਿ ਇਹ ਵੀ ਕਿਹਾ ਜਾਂਦਾ ਕਿ ਪਹਿਲਾਂ ਉਹਨਾਂ ਨੇ ਇਵੇਂ ਫੜਿਆ ਸੀਗਾ, ਜਦੋਂ ਫੜਿਆ ਤਾਂ ਉਹਨਾਂ ਨੇ ਕੁਝ ਅਪਸ਼ਬਦ ਬੋਲੇ, ਮੰਦੇ ਬਚਨ ਬੋਲੇ, ਤੇ ਭਾਈ ਸਤਵੰਤ ਸਿੰਘ ਜਵਾਨ ਬਹੁਤ ਸੀ, ਇਹ ਕਹਿੰਦੇ ਪਰ ਉਹਨਾਂ ਗਲ ਪੈ ਗਿਆ। ਜਦੋਂ ਗੁੱਤਮ ਗੁੱਤਾ ਹੋਇਆ, ਉਹਨਾਂ ਹਮਲਾ ਕੀਤਾ ਭਾਈ ਸਤਵੰਤ ਸਿੰਘ ਤੇ ਭਾਈ ਬੇਅੰਤ ਸਿੰਘ ਤੇ ਗੋਲੀਆਂ ਦੀ ਉਹਨਾਂ ਨੇ ਬਰਸਾਤ ਕਰ ਦਿੱਤੀ। ਭਾਈ ਬੇਅੰਤ ਸਿੰਘ ਸ਼ਹੀਦ ਹੋ ਗਏ। ਗੋਲੀਆਂ ਭਾਈ ਸਤਵੰਤ ਸਿੰਘ ਨੂੰ ਬਹੁਤ ਲੱਗੀਆਂ, ਬਹੁਤ ਜ਼ਖਮੀ ਹੋ ਗਏ, ਪਰ ਇਹਨਾਂ ਨੂੰ ਉੱਥੇ ਹਸਪੀਟਲ ਲਿਜਾਇਆ ਗਿਆ। ਖੈਰ ਬੀਬੀ ਰਾਣੀ ਉਹ ਤਾਂ ਦਮ ਤੋੜ ਗਈ, ਲੇਕਿਨ ਦੱਸਿਆ ਉਹਨਾਂ ਨੇ ਸ਼ਾਮ ਨੂੰ ਸੀ। ਉਹ ਫਿਰ ਜੇ ਡਾਕਟਰ ਨੇ ਪੋਸਟਮਾਰਟਮ ਆਪਰੇਸ਼ਨ ਕੀਤਾ ਜੀ, ਉਹ ਕਹਿੰਦਾ ਵੀ 31 ਗੋਲੀਆਂ ਚਲਾਈਆਂ ਗਈਆਂ, 30 ਗੋਲੀਆਂ ਬੀਬੀ ਰਾਣੀ ਤੇ ਲੱਗੀਆਂ, 7 ਗੋਲੀਆਂ ਉਹਦੇ ਸਰੀਰ ਦੇ ਵਿੱਚ ਰਹਿ ਗਈਆਂ, ਬਾਕੀ ਆਰ ਪਾਰ ਹੋ ਗਈਆਂ। ਉਹਨੇ ਜਿਹੜੀ ਰਿਪੋਰਟ ਦਿੱਤੀ ਬਾਅਦ ਵਿੱਚ। ਖੈਰ ਭਾਈ ਸਤਵੰਤ ਸਿੰਘ ਨੂੰ ਹਸਪੀਟਲ ਲੈ ਕੇ ਇਲਾਜ ਕੀਤਾ ਗਿਆ। ਇੱਕ ਗੋਲੀ ਇਹਦੇ ਰੀੜ ਦੀ ਹੱਡੀ ਵਿੱਚ ਪਿਆਰ ਉਹ ਰਹਿਣ ਦਿੱਤੀ ਉਹਨਾਂ ਨੇ ਜਾਣ ਬੁੱਝ ਕੇ। ਉਹਦੇ ਨਾਲ ਇਹ ਨਾ ਲੰਮਾ ਪੈ ਸਕਦਾ ਸੀ, ਨਾ ਇਹਦੇ ਕੋਲ ਤੁਰਿਆ ਜਾਂਦਾ ਸੀ, ਉਹ ਰੜਕਦੀ ਸੀ ਤੇ ਦਰਦ ਹੁੰਦੀ ਸੀ, ਜਾਣ ਬੁੱਝ ਕੇ ਗੋਲੀ ਰਹਿਣ ਦਿੱਤੀ ਸੀ ਜੀ ਸਰਕਾਰ ਨੇ। ਖੈਰ ਮੈਂ ਸਮਾਪਤੀ ਕਰਾਂ, ਸਮਾਂ ਚੱਲਿਆ। ਜਿਸ ਵੇਲੇ ਪਿਆਰ ਇਹ ਜਦੋਂ ਜੇਲ੍ਹ ਹੋ ਗਈ, ਕੇਸ ਚੱਲਿਆ, ਪਿਆਰ ਉਹ ਤੇ ਫਿਰ ਇੱਕ ਦਿਨ ਹੈ ਕਮਾਂਡੋ ਸੀ, ਇਹ ਬੜਾ ਤਾਕਤਵਰ ਸੀ, ਭਲਵਾਨ ਸੀ ਇਹ। ਉਹ ਤੇ ਫਿਰ ਜੇਲ੍ਹ 'ਚ ਕਸਰਤ ਕਰਦਿਆਂ ਕਿਧਰੇ ਖਾਰਸ ਹੋਈ, ਤੇ ਖਾਰਸ ਕਰਦਿਆਂ ਇਹਨੇ ਜਿਹੜੀ ਸੀ ਨਾ ਆਪਣੀ ਹੱਥ ਮਾਰਿਆ ਤੇ ਉਹ ਗੋਲੀ ਨਿਕਲ ਆਈ ਜੀ। ਉਹ ਗੋਲੀ ਇਹਨੇ ਸੰਭਾਲ ਕੇ ਰੱਖੀ। ਸਰਕਾਰ ਨੇ ਬੜਾ ਜ਼ੋਰ ਲਾਇਆ, ਜਿਹੜੇ ਉੱਥੇ ਜੇਲ੍ਹ ਦੇ ਕਰਮਚਾਰੀ ਸਨ, ਕਿ ਗੋਲੀ ਸਾਨੂੰ ਮਿਲ ਜਾਏ, ਪਰ ਇਹਨੇ ਆਪਣੇ ਕਸ਼ਹਿਰੇ ਦੇ ਪਹੁੰਚੇ ਦੇ ਵਿੱਚ ਉਹ ਗੋਲੀ ਸਿਉਲੀ ਛੁਪਾ ਕੇ ਰੱਖ ਲਈ, ਉਹ ਮਿਲੀ ਨਹੀਂ ਜੋੜਾ। ਖੈਰ ਉਹ ਮਹਾਨ ਸੂਰਮੇ ਅੱਜ ਦੇ ਦਿਨ ਪਿਆਰੇ ਉਹਨਾਂ ਨੇ ਸਿੱਖ ਕੌਮ ਦੀ ਲੱਥੀ ਜਿਹੜੀ ਪੱਗ ਸੀ ਫਿਰ ਕੌਮ ਦੇ ਸਿਰ ਤੇ ਟਿਕਾਈ ਜੀ। ਔਰ ਉਹਨਾਂ ਨੇ ਦਰਸਾ ਦਿੱਤਾ ਕਿ ਦੁਨੀਆ ਦੇ ਲੋਕ ਇਹਨਾਂ ਕੁਝ ਚੇਤਾ ਰੱਖਿਓ, ਯਾਦ ਰੱਖਿਓ, ਜੇ ਪਿਆਰਿਓ ਇੱਥੇ ਮੱਸਾ ਰੰਗੜੀ ਆਏਗਾ, ਅਬਦਾਲੀ ਵਰਗੇ ਆਉਣਗੇ, ਇੱਥੇ ਇਸੇ ਤਰ੍ਹਾਂ ਇਹਦੇ ਸੁੱਖਾ ਸਿੰਘ ਮਤਾਬ ਸਿੰਘ ਵਰਗੇ ਦੁਬਾਰਾ ਪੈਦਾ ਹੁੰਦੇ ਰਹਿਣਗੇ, ਮਤਾਂ ਸੋਚ ਕੇ ਚਲੇ ਗਏ ਨਹੀਂ। ਜੇ ਅਬਦਾਲੀ ਤੇ ਮੱਸੇ ਰੰਗੜ ਦੀਆਂ ਰੂਹਾਂ ਇੱਥੇ ਆਉਣਗੀਆਂ, ਦਰਬਾਰ ਸਾਹਿਬ ਦੀ ਬੇਅਦਬੀ ਕਰਨਗੀਆਂ, ਇੱਥੇ ਸੁੱਖਾ ਤੇ ਮਤਾਬ ਸਿੰਘ ਬਾਰ-ਬਾਰ ਜਨਮ ਲੈਂਦੇ ਰਹਿਣਗੇ, ਉਹ ਆਉਂਦੇ ਰਹਿਣਗੇ, ਬਦਲੇ ਲੈਂਦੇ ਰਹਿਣਗੇ। ਇਹਨਾਂ ਦਰਸਾ ਦਿੱਤਾ। ਉਹ ਅੱਜ ਮਹਾਨ ਪਿਆਰੂ ਦਿਵਸ ਹੈ। ਉਹਨਾਂ ਸ਼ਹੀਦਾਂ ਨੂੰ ਕੋਟਾਨ ਕੋਟ ਪ੍ਰਣਾਮ ਹੈ ਜੀ, ਜਿਨ੍ਹਾਂ ਨੇ ਸਿੱਖ ਕੌਮ ਦਾ ਜਿਹੜਾ ਸਿਰ ਸੀ ਫਿਰ ਫਕਰ ਨਾਲ ਉੱਚਾ ਕੀਤਾ। ਪਿਆਰ ਇਹ ਮੈਂ ਜਿਹੜੀ ਗੱਲ ਕੀਤੀ ਜੋੜੀਆਂ, ਇਹ ਗੁਰੂ ਸਾਹਿਬ ਦੇ ਵੇਲੇ ਤੋਂ ਨਾ ਇਹ ਜੋੜੀਆਂ ਚੱਲਦੀਆਂ ਆਈਆਂ ਜੀ। ਕਦੇ ਮਨੀ ਸਿੰਘ ਦੀਪ ਸਿੰਘ ਉਹਨਾਂ ਦੀ ਜੋੜੀ ਹੈ, ਕਦੇ ਗਰਜਾ ਸਿੰਘ ਬੋਤਾ ਸਿੰਘ ਉਹਨਾਂ ਦੀ ਜੋੜੀ ਹੈ, ਕਦੇ ਸੁੱਖਾ ਤੇ ਜਿੰਦਾ ਉਹਦੀ ਜੋੜੀ ਹੈ, ਕਦੇ ਸਤਵੰਤ ਸਿੰਘ ਭਾਈ ਬੇਅੰਤ ਸਿੰਘ ਕਦੇ ਉਹਦੀ ਜੋੜੀ ਹੈ, ਕਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਉਹਦੀ ਜੋੜੀ ਹੈ, ਕਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਉਹਦੀ ਜੋੜੀ ਹੈ। ਇਹ ਸ਼ੁਰੂ ਤੋਂ ਚੱਲਦੀਆਂ ਆਈਆਂ। ਇਸੇ ਤਰ੍ਹਾਂ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਉਹਨਾਂ ਦੀ ਜੋੜੀ ਹੈ ਜੀ। ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਜੀ ਨਾਲ ਲੈ ਕੇ ਧੰਨ ਗੁਰ ਅਰਜਨ ਦੇਵ ਮਹਾਰਾਜ ਜੀ ਦੇ ਕੋਲ
ਗੁਰੂ ਕੀ ਵਡਾਲੀ ਪਹੁੰਚਦੇ ਨੇ ਇਸ ਬਾਲਕ ਨੂੰ ਦੀਦਾਰ ਕਰਨ ਦਰਸ਼ਨ ਕਰਨ ਵਾਸਤੇ ਜੀ। ਉਤਸਵ ਅਦਕ ਕੋਲਾਹਲ ਹੋਵਤ ਲਗ ਦੁੰਦਬ ਕੀ ਧੁਨ ਸੁਨ ਚਾਰ। ਜਿਸ ਵੇਲੇ ਆਏ ਨੇ ਫਿਰ ਇੱਥੇ ਬੜੀ ਖੁਸ਼ੀ ਮਨਾਈ। ਸਤਿਗੁਰੂ ਮਹਾਰਾਜ ਜੀ ਨੂੰ ਆਣ ਕੇ ਮਿਲਦੇ ਹਨ ਜੀ। ਪੁੱਤਰ ਜਨਮ ਗੁਰ ਘਰ ਮਹਿ ਹੋਇਓ ਸੁਣਤ ਆਨੰਦ ਦਰਸ਼ਨ ਕੀਨ। ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਨੇ ਗੁਰ ਅਰਜੁਨ ਦੇਵ ਜੀਓ ਗੁਰੂ ਘਰ ਦੇ ਵਿੱਚ ਸਾਹਿਬਜ਼ਾਦਾ ਹਰਗੋਬਿੰਦ ਸਾਹਿਬ ਜੀ ਆਏ ਨੇ। ਇਹ ਸੁਣ ਕੇ ਬਹੁਤ ਪ੍ਰਸੰਨ ਹੋਏ। ਸਤਿਗੁਰੂ ਜੀ ਦੇ ਆਣ ਕੇ ਦਰਸ਼ਨ ਕੀਤੇ ਹਨ ਜੀ। ਪਾਤ ਬੰਦ ਪਦ ਬੰਧਨ ਕਰਕੇ ਬਹਰ ਵਧਾਈ ਦਈ ਪਰਬੀਨ। ਹੱਥ ਜੋੜ ਕੇ ਧੰਨ ਗੁਰ ਅਰਜੁਨ ਦੇਵ ਮਹਾਰਾਜ ਨੂੰ ਨਮਸਕਾਰ ਕੀਤੀ, ਮੱਥਾ ਟੇਕਿਆ ਹੈ। ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਜੀ ਨੇ ਔਰ ਮਹਾਰਾਜ ਜੀ ਨੂੰ ਵਧਾਈਆਂ ਦਿੱਤੀਆਂ ਹਨ ਜੀ। ਚਰੰਜੀਵ ਥੀ ਉਹ ਕੁਲ ਭੂਖਨ ਸੋ ਜਸ ਅਦੂਖਨ ਬਲ ਮਹਿ ਪੀਨ। ਕਹਿਣ ਲੱਗੇ ਫਿਰ ਅਸੀਸਾਂ ਦਿੰਦੇ ਨੇ ਚਰਨਜੀਵ ਥੀ ਉਹ ਕੁਲ ਭੂਖਣ, ਕਹਿੰਦੇ ਨੇ ਵੱਡੀ ਉਮਰ ਵਾਲਾ, ਇਹ ਕੁਲ ਦਾ ਰਤਨ, ਸ੍ਰੇਸ਼ਟ ਜਸ ਵਾਲਾ। ਕਹਿਣ ਲੱਗੇ ਕਿ ਬਹੁਤ ਹੀ ਮਹਾਨ ਪਵਿੱਤਰ ਜੀਵਨ ਵਾਲਾ ਤੇ ਬੜੇ ਬਲ ਵਾਲਾ ਇਹ ਸਾਹਿਬਜ਼ਾਦਾ ਆਇਆ ਹੈ ਜੀ। ਰਾਜ ਸਾਜ ਐਸ਼ ਵਰਜ ਸਮਾਜੂ ਜੋਗ ਭੋਗ ਦੋਇਨ ਸੁਖ ਲੀਨ। ਕਹਿਣ ਲੱਗੇ ਇਹ ਵਿਭੂਤੀ ਦੀ ਸਮਗਰੀ ਰਾਜ ਜੋਗੀ ਸੰਤ ਸਿਪਾਹੀ, ਕਹਿੰਦੇ ਨੇ ਜੋਗ ਭੋਗ ਇਹ ਹਰ ਪ੍ਰਕਾਰ ਦੇ ਜਿਹੜੇ ਸੁੱਖ ਨੇ ਉਹ ਪ੍ਰਾਪਤ ਕਰੇਗਾ। ਇਸ ਤਰ੍ਹਾਂ ਇਹ ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਜੀ ਪਿਆਰੇ ਉਹ ਆਣ ਕੇ ਧੰਨ ਗੁਰ ਅਰਜਨ ਦੇਵ ਮਹਾਰਾਜ ਜੀ ਨੂੰ ਵਧਾਈਆਂ ਦਿੰਦੇ ਨੇ। ਫਿਰ ਬਾਬਾ ਬੁੱਢਾ ਸਾਹਿਬ ਕਹਿੰਦੇ ਨੇ ਸਤਿਗੁਰੂ ਜੀ ਬਾਲਕ ਦੇ ਦਰਸ਼ਨ ਦੀਦਾਰ ਕਰਨੇ ਨੇ। ਤੇ ਗੁਰੂ ਮਹਾਰਾਜ ਫਿਰ ਕਿਵੇਂ ਕਹਿੰਦੇ ਨੇ ਉਸ ਦਾਈ ਨੂੰ ਕਿ ਹਾਂ ਆਓ ਹੁਣ ਬਾਲਕ ਦੇ ਦਰਸ਼ਨ ਬਾਬਾ ਬੁੱਢਾ ਸਾਹਿਬ ਜੀ ਨੂੰ ਕਰਾਓ। ਇਹ ਹੁਣ ਕਿਵੇਂ ਦਰਸ਼ਨ ਕਰਦੇ ਨੇ ਉੱਥੇ ਫਿਰ ਇਹ ਜਿਹੜੀ ਵਿਚਾਰ ਹੈ ਆਪ ਜੀ ਨੇ ਆਉਣ ਵਾਲੇ ਦੀਵਾਨਾਂ ਅੰਦਰ ਸਰਵਣ ਕਰਨੀ। ਆ ਹੁਣ ਸਮਾਂ ਹੋਇਆ ਕਿ ਜੋ ਪਿਆਰਿਓ ਆਪ ਸੰਗਤਾਂ ਦੇ ਸਹਿਯੋਗ ਦੇ ਦੁਆਰਾ ਧੰਨ ਸ੍ਰੀ ਗੁਰੂ ਗ੍ਰੰਥ ਮਹਾਰਾਜ ਜੀ ਦੀ ਕਿਰਪਾ ਦੇ ਸਦਕਾ ਗੁਰੂ ਘਰ ਦੇ ਪ੍ਰਬੰਧਕ ਸਹਿਬਾਨ ਔਰ ਸਤਿਕਾਰਯੋਗ ਸਰਦਾਰ ਦਲਜੀਤ ਸਿੰਘ ਜੀ ਉਹਨਾਂ ਵੱਲੋਂ ਸਾਲਾਨਾ 11 ਰੋਜ਼ਾ ਇਹ ਜਿਹੜੇ ਨਾਮ ਅਭਿਆਸ ਸਿਮਰਨ ਗੁਰਮਤਿ ਸਮਾਗਮ ਆਯੋਜਿਤ ਕੀਤੇ ਗਏ ਨੇ ਜੋ ਕੱਲ ਤੋਂ ਆਰੰਭ ਹੋਏ ਨੇ। ਅੱਜ ਉਹਨਾਂ ਦੀਵਾਨਾਂ ਦਾ ਇਹ ਦੂਸਰਾ ਦਿਨ ਹੈ ਤੇ ਜਿਸ ਕਾਰਜ ਦੇ ਲਈ ਸਾਨੂੰ ਇਹ ਮਨੁੱਖਾ ਜਨਮ ਮਿਲਿਆ ਹੈ ਨਾ, ਜੋ ਸਾਹਿਬ ਬਾਣੀ ਚ ਕਹਿੰਦੇ ਨੇ ਕਿ ਭਜੋ ਗੋਬਿੰਦ ਪੂਰਨ ਮਤ ਜਾਹੋ ਮਾਨਸ ਜਨਮ ਕਾ ਮਾਨਸ ਜਨਮ ਕਾ ਇਹੀ ਲਾਹੋ। ਇਹੀ ਲਾਹ ਹੈ ਜੀ ਮਨੁੱਖਾ ਜਨਮ ਦਾ। ਮੇਰੇ ਸਾਹਿਬ ਨੇ ਕਿਰਪਾ ਕੀਤੀ ਕਿ ਇਸੇ ਲਈ ਤੈਨੂੰ ਮਨੁੱਖਾ ਜਨਮ ਮਿਲਿਆ। ਕਾਹਦੇ ਲਈ ਤੂੰ ਆਇਆ? ਹਜ਼ੂਰ ਕਹਿੰਦੇ ਨੇ ਆਇਓ ਸੁਣ ਪੜਨ ਕੋ ਬਾਣੀ ਨਾਮ ਵਿਸਾਰ ਲੱਗੇ ਅਨ ਲਾਲਚ ਬਿਰਥਾ ਜਨਮ ਪ੍ਰਾਣੀ। ਤੂੰ ਬਾਣੀ ਪੜਨ ਵਾਸਤੇ ਆਇਆ, ਬਾਣੀ ਸੁਣਨ ਵਾਸਤੇ ਆਇਆ ਤੇ ਫਿਰ ਕਰਨਾ ਕੀ ਹੈ? ਸਾਹਿਬ ਨੇ ਕਿਹਾ ਅਵਰ ਕਾਜ ਤੇਰਾ ਕਿਤੇ ਨਾ ਕਾਮ। ਕਿਉਂ ਆਇਆ ਤੂੰ? ਪਈ ਪ੍ਰਾਪਤ ਮਨੁੱਖ ਦਿਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਤ ਸੰਗ ਵਿੱਚ ਬਹਿ ਕੇ ਮਹਾਰਾਜ ਕਹਿੰਦੇ ਨੇ ਕੇਵਲ ਪਰਮਾਤਮਾ ਦਾ ਨਾਮ ਜਪ, ਬੰਦਗੀ ਕਰ। ਇਹ ਮਨੁੱਖਾ ਦੇਹੀ ਤੈਨੂੰ ਇਸੇ ਵਾਸਤੇ ਮਿਲੀ ਹੈ, ਇਸ ਕਾਰਜ ਲਈ ਅਸੀਂ ਆਏ ਆ। ਇਹ ਸਾਡੇ ਆਉਣ ਦਾ ਇੱਥੇ ਮਨੋਰਥ ਹੈ ਜੀ। ਵੇਖੋ ਕੋਈ ਵੀ ਚੀਜ਼ ਹੈ ਨਾ ਜਿਸ ਕਾਰਜ ਲਈ ਬਣੀ ਹੈ ਉਹ ਕਾਰਜ ਕਰੇ ਤੇ ਉਹਦੀ ਵੈਲਿਊ ਹੈ, ਕੀਮਤ ਹੈ। ਤੇ ਜੇ ਆਪਣਾ ਕਾਰਜ ਨਹੀਂ ਕਰਦੀ ਉਹਦੀ ਕੋਈ ਵੈਲਿਊ ਨਹੀਂ। ਸਮਝਣ ਦੇ ਲਈ ਆ ਸਾਹਮਣੇ ਹੁਣ ਘੜੀ ਲੱਗੀ ਹੈ ਜੀ, ਇਹਨੂੰ ਸਾਂਭ ਕੇ ਰੱਖਦੇ ਆ। ਪਰ ਕਿਉਂ? ਕਿਉਂਕਿ ਸਾਨੂੰ ਟਾਈਮ ਦੱਸ ਰਹੀ ਹੈ, ਵਕਤ ਦੱਸ ਰਹੀ ਹੈ। ਟਾਈਮ ਦੱਸਣਾ ਇਹਦੇ ਵਾਸਤੇ ਬਣੀ ਹੈ, ਇਸ ਲਈ ਤਿਆਰ ਕੀਤੀ ਗਈ ਹੈ। ਜਿਸ ਵਾਚ ਨੂੰ ਜਿਸ ਘੜੀ ਨੂੰ ਟਾਈਮ ਪੀਸ ਨੂੰ ਸਾਂਭ ਕੇ ਰੱਖਦੇ ਆ ਅਸੀਂ, ਇੱਕ ਦਿਨ ਆਉਂਦਾ ਅਸੀਂ ਉਸੇ ਟਾਈਮ ਪੀਸ ਨੂੰ ਪਿਆਰ ਬਾਹਰ ਸੱਟ ਦਿੰਦੇ ਆ। ਕੋਈ ਸਾਨੂੰ ਆਖੇ ਕਿ ਪਹਿਲਾਂ ਤੇ ਸਾਂਭ ਕੇ ਰੱਖਿਆ ਸੀ ਹੁਣ ਕਿਉਂ ਬਾਹਰ ਸੁੱਟਿਆ? ਅਸੀਂ ਕਹਿੰਦੇ ਇਹ ਹੁਣ ਆਪਣਾ ਕੰਮ ਕਰਨਾ ਇਹਨੇ ਬੰਦ ਕਰ ਦਿੱਤਾ, ਹੁਣ ਟਾਈਮ ਨਹੀਂ ਦੱਸ ਰਿਹਾ। ਇਹ ਵਿਗੜ ਗਈ ਘੜੀ, ਖਰਾਬ ਹੋ ਗਈ ਏ। ਹੁਣ ਇਹ ਆਪਣਾ ਕੰਮ ਨਹੀਂ ਕਰ ਰਹੀ, ਆਪਣਾ ਧਰਮ ਨਹੀਂ ਨਿਭਾ ਰਹੀ, ਆਪਣਾ ਫਰਜ਼ ਨਹੀਂ ਨਿਭਾ ਰਹੀ। ਇਸ ਕਰਕੇ ਕਿਸੇ ਕੰਮ ਦੀ ਨਹੀਂ, ਬੇਕਾਰ ਹੁਣ ਸੁੱਟ ਦਿੱਤੀ ਏ। ਦੁਨਿਆਵੀ ਤੌਰ ਤੇ ਵੀ ਜਿਹੜੀ ਚੀਜ਼ ਜਿਸ ਮੰਤਵ ਲਈ ਜਿਸ ਕਾਰਜ ਲਈ ਬਣੀ ਹੈ ਉਹ ਕਾਰਜ ਨਾ ਕਰੇ ਉਹ ਚੀਜ਼ ਬੇਕਾਰ ਹੈ। ਤੇ ਪਿਆਰੇ ਮਨੁੱਖਾ ਦੇਹੀ ਮਨੁੱਖਾ ਜਨਮ ਮਿਲਿਆ ਪਰਮਾਤਮਾ ਦਾ ਨਾਮ ਜਪਣ ਦੇ ਲਈ। ਤੇ ਜੇ ਇਨਸਾਨ ਨਾਮ ਨਹੀਂ ਨਾ ਜਪਦਾ ਤਾਂ ਫਿਰ ਇਹ ਜੀਵਨ ਵੀ ਬੇਕਾਰ ਹੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਉਹਨਾਂ ਦੇ ਬਚਨ ਆਪ ਜੀ ਸੁਣਦੇ ਹੋ। ਜਿਸ ਵੇਲੇ
ਸਤਿਗੁਰ ਦੀ ਬਾਣੀ ਪਿਆਰੇ ਆਪਾਂ ਭੋਗ ਦੇ ਸ਼ਲੋਕ ਕਹਿ ਦਿੰਦੇ ਆ, ਸ਼ਲੋਕ ਮਹਿਲਾ ਨਾਵਾਂ। ਜਦੋਂ ਉਹਨਾਂ ਸ਼ਲੋਕਾਂ ਦਾ ਪਾਠ ਕਰਦੇ ਆ, ਸੁਣਦੇ ਆ, ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪਹਿਲਾ ਸ਼ਲੋਕ ਹੀ ਇਹ ਹੈ ਕਿ ਭਲਿਆ ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਤ ਕੀਨ। ਜੇ ਤੂੰ ਗੋਬਿੰਦ ਦੇ ਗੁਣ ਨਹੀਂ ਨਾ ਗਾਏ ਤੇ ਸੱਚ ਕਰਕੇ ਜਾਣੀ ਆਪਣਾ ਜਨਮ ਤੋਂ ਜਾਈ ਗਵਾਲਿਆ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨੇ ਕਿ ਜਿਨੀ ਐਸਾ ਹਰ ਨਾਮ ਨਾ ਚੇਤਿਓ, ਸੇ ਕਾਹੇ ਜਗ ਆਏ RAM ਰਾਜੇ। ਇਹ ਮਾਨਸ ਜਨਮ ਦਿਲਾਂਭ ਹੈ, ਨਾਮ ਬਿਨ ਬਿਰਥਾ ਸਭ ਜਾਏ। ਨਾਮ ਤੋਂ ਬਿਨਾ ਇਹ ਪਿਆਰਿਓ ਵਿਅਰਥ ਹੈ, ਬੇਕਾਰ ਹੈ। ਸੋ ਗੁਰੂ ਘਰ ਦੇ ਪ੍ਰਬੰਧਕ ਸਹਿਬਾਨ ਔਰ ਸਾਰੀ ਕਮੇਟੀ ਤੇ ਨਾਲ ਸਤਿਕਾਰਯੋਗ ਸਰਦਾਰ ਦਲਜੀਤ ਸਿੰਘ ਜੀ ਸੇਖੋਂ ਇਹ ਵਧਾਈ ਦੇ ਪਾਤਰ ਨੇ ਕਿ ਜੋ ਪਿਆਰੋ ਸਤਿਗੁਰ ਕਿਰਪਾ ਕਰਕੇ ਇਹਨਾਂ ਤੋਂ ਸੇਵਾ ਲੈਂਦੇ ਨੇ। ਜੋ 11 ਰੋਜ਼ਾ ਨਾਮ ਸਿਮਰਨ ਅਭਿਆਸ ਸਮਾਗਮ ਕੱਲ ਤੋਂ ਆਰੰਭ ਹੋਏ ਨੇ, ਅੱਜ ਦੂਸਰਾ ਦਿਨ ਹੈ। ਸਤਿਕਾਰਯੋਗ ਭਾਈ ਸਾਹਿਬ ਜੀ ਪਹੁੰਚ ਗਏ ਨੇ। ਆਓ ਆਪਾਂ ਸਾਰੇ ਹੁਣ ਇਸ ਦੀਵਾਨ ਦੀ ਹਾਜ਼ਰੀ ਭਰ ਕੇ ਤੇ ਆਪਾਂ ਲਾਹੇ ਪ੍ਰਾਪਤ ਕਰੀਏ ਜੀ। ਇਨੀ ਸੇਵਾ ਪ੍ਰਵਾਨ ਕਰਨੀ, ਹੋਈਆਂ ਬੇਅੰਤ ਭੁੱਲਾਂ ਮਾਫ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।